ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ। ਅੱਜ ਦੇ ਵਿਸ਼ੇਸ਼ ਬੁਲੇਟਿਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ। ਦਿਨ ਦੇ ਸਮੇਂ ਤਾਪਮਾਨ ਵਧਣ ਨਾਲ ਘਟੇਗੀ ਠੰਡ। ਅੰਮ੍ਰਿਤਸਰ ਪੁਲਿਸ ਵੱਲੋਂ ਉੱਤਰਾਖੰਡ ਤੋਂ 4,50,000 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ। ਸ਼ਹੀਦੀ ਸਭਾ ਦੇ ਪਹਿਲੇ ਦਿਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਨਤਮਸਤਕ ਹੋਏ। ਕਬਾੜ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ। ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ। ਕਪੂਰਥਲਾ ਕੇਂਦਰੀ ਜੇਲ੍ਹ ਚੋਂ ਤਲਾਸ਼ੀ ਦੌਰਾਨ 7 ਮੋਬਾਈਲ, 7 ਸਿਮ ਕਾਰਡ, 7 ਬੈਟਰੀਆਂ ਤੇ ਹੋਰ ਸਮਾਨ ਬਰਾਮਦ। ਹੁਣ ਖਬਰਾਂ ਵਿਸਥਾਰ 'ਚ। ਪੰਜਾਬ 'ਚ ਆਉਂਦੇ ਦਿਨਾਂ ਵਿੱਚ ਮੀਂਹ ਪੈਣ ਦੇ ਆਸਾਰ ਹਨ, ਜਿਸ ਨਾਲ ਦਿਨ ਦੇ ਤਾਪਮਾਨ 'ਚ ਵਾਧਾ ਹੋਵੇਗਾ, ਜਿਸ ਨਾਲ ਦਿਨ ਵੇਲੇ ਠੰਡ ਘਟੇਗੀ, ਜਦਕਿ ਰਾਤ ਦੇ ਸਮੇਂ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧਣ ਦੇ ਆਸਾਰ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਠੰਡ ਕਣਕ ਦੀ ਖੇਤੀ ਲਈ ਲਾਹੇਵੰਦ ਹੈ, ਜਦਕਿ ਆਲੂ ਬੀਜ ਚੁੱਕੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ PAU ਮੌਸਮ ਵਿਭਾਗ ਦੇ ਵਿਗਿਆਨਕ ਨੇ ਦੱਸਿਆ ਹੈ ਕਿ ਆਉਂਦੇ ਦਿਨਾਂ ਵਿੱਚ ਪੱਛਮੀ ਚੱਕਰਵਾਤ ਕਾਰਨ ਮੀਂਹ ਪੈਣ ਦੇ ਆਸਾਰ ਹਨ, ਜਿਸ ਨਾਲ ਦਿਨ ਵੇਲੇ ਮੌਸਮ ਸਾਫ਼ ਹੋਣ ਕਾਰਨ ਜਿੱਥੇ ਤਾਪਮਾਨ ਵਿੱਚ ਵਾਧਾ ਹੋਵੇਗਾ ਤੇ ਦਿਨ ਦੇ ਸਮੇਂ ਠੰਡ ਘਟੇਗੀ, ਪਰ ਰਾਤ ਦੇ ਸਮੇਂ ਠੰਡ ਤੋਂ ਰਾਹਤ ਮਿਲਦੀ ਅਜੇ ਕੋਈ ਉਮੀਦ ਨਹੀਂ ਹੈ। ਸਗੋਂ ਆਉਣ ਵਾਲੇ ਦਿਨਾਂ 'ਚ ਰਾਤ ਦੇ ਸਮੇਂ ਠੰਡ ਹੋਰ ਵਧੇਗੀ ਅਤੇ ਇਸੇ ਤਰ੍ਹਾਂ ਸਰਦ ਹਵਾਵਾਂ ਚੱਲਣਗੀਆਂ। ਉਹਨਾਂ ਨੇ ਕਿਹਾ ਹੈ ਕਿ ਕੜਾਕੇ ਦੀ ਪੈ ਰਹੀ ਠੰਡ ਕਣਕ ਦੀ ਫਸਲ ਲਈ ਬਹੁਤ ਲਾਹੇਵੰਦ ਹੈ। ਆਲੂ ਦੀ ਖੇਤੀ ਕਰਦੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਮੌਸਮ ਦੇ ਜੇ ਆਪਾਂ ਗੱਲ ਕਰਦੇ ਹਾਂ ਜੀ, ਠੰਡ ਨੇ ਪੂਰਾ ਆਪਣਾ ਜ਼ੋਰ ਫੜਿਆ ਹੋਇਆ। ਜਿਹੜਾ ਪੂਰਾ ਉੱਤਰੀ ਭਾਰਤ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਜਿਹੜਾ ਜ਼ਿਆਦਾਤਰ ਏਰੀਆ ਹੈਗਾ ਉਹ ਠੰਡ ਦੀ ਜਗਤ ਦੇ ਵਿੱਚ ਹੈਗਾ, ਕਿਉਂਕਿ ਟੈਂਪਰੇਚਰ ਜਿਹੜੇ ਨੇ ਦਿਨ ਦਾ ਤਾਪਮਾਨ 10 ਡਿਗਰੀ ਰਿਕਾਰਡ ਕੀਤਾ ਜਾ ਰਿਹਾ, ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ 8-9 ਡਿਗਰੀ ਜਿਹੜਾ ਨੋਰਮਲ ਨਾਲੋਂ ਘੱਟ ਹੈ। ਤੇ ਇਸ ਕਰਕੇ ਠੰਡ ਦਾ ਪੂਰਾ ਪ੍ਰਕੋਪ ਜਾਰੀ ਹੈ। ਬਟ ਜੇ ਰਾਤ ਦੀ ਗੱਲ ਕਰਦੇ ਹਾਂ ਤਾਂ ਰਾਤ ਦਾ ਟੈਂਪਰੇਚਰ ਵੀ 5 ਡਿਗਰੀ ਜਿਹੜਾ ਰਿਕਾਰਡ ਕੀਤਾ ਜਾ ਰਿਹਾ। ਵੈਸੇ ਰਾਤ ਦਾ ਜਿਹੜਾ ਟੈਂਪਰੇਚਰ ਹੈ ਉਹ ਨੋਰਮਲ ਹੀ ਚੱਲ ਰਿਹਾ, ਬਟ ਫਿਰ ਵੀ ਦਿਨ ਤੇ ਰਾਤ ਦੇ ਟੈਂਪਰੇਚਰ ਦੇ ਵਿੱਚ ਉਹ ਡਿਫਰੈਂਸ ਘੱਟਦਾ ਹੈ ਤਾਂ ਫਿਰ ਠੰਡ ਜ਼ਿਆਦਾ ਮਹਿਸੂਸ ਹੁੰਦੀ ਹੈ। ਸੋ ਜਿਹੜੇ ਹਾਲਾਤ ਨੇ, ਕਿਉਂਕਿ ਬਾਰਿਸ਼ ਵੀ ਬਿਲਕੁਲ ਨਹੀਂ ਹੋ ਰਹੀ, ਨਾ ਨਵੰਬਰ ਦੇ ਵਿੱਚ ਕੋਈ ਬਾਰਿਸ਼ ਹੋਈ ਹੈ, ਪੂਰਾ ਡਰਾਈ ਰਿਹਾ। ਦਸੰਬਰ ਵੀ ਹਲੇ ਤੱਕ ਪੂਰਾ ਡਰਾਈ ਚੱਲ ਰਿਹਾ। ਸੋ ਇਸ ਕਰਕੇ ਵੀ ਜਿਹੜੀ ਇੱਕ ਜਿਹੜੀ ਆਪਾਂ ਵਾਤਾਵਰਨ ਦੇ ਵਿੱਚ ਇੱਕ ਜਿਹੜੀ ਮਤਲਬ ਪੋਲਿਊਸ਼ਨ ਦੀ ਲੇਅਰ ਹੈ ਉਹ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈਗੀ ਹੈ। ਜੇ ਬਾਰਿਸ਼ ਪੈਂਦੀ ਹੈ ਤਾਂ ਥੋੜ੍ਹਾ ਜਿਹਾ ਸੈਟਲ ਡਾਊਨ ਹੋ ਕੇ ਵੀ ਮਤਲਬ ਜਿਹੜਾ ਮੌਸਮ ਸਾਫ਼ ਹੋ ਜਾਂਦਾ, ਪਰ ਇਸੇ ਕਰਕੇ ਥੋੜ੍ਹੀ ਜਿਹੀ ਸਾਡੇ ਕੋਲ ਜਿੱਥੇ ਬਦਲਵਾਈ ਵੀ ਇਹਨਾਂ ਦਿਨਾਂ ਦੇ ਵਿੱਚ ਨਜ਼ਰ ਆ ਰਹੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਠੰਡ ਇਸੇ ਤਰ੍ਹਾਂ ਹੀ ਜਾਰੀ ਰਹੇਗੀ, ਔਰ ਇਸ ਸਾਲ ਦਾ ਐਂਡ ਜਿਹੜਾ ਇਸ ਮਹੀਨੇ ਦੇ ਅਖੀਰ ਤੱਕ ਇਸ ਤਰ੍ਹਾਂ ਦਾ ਹੀ ਮੌਸਮ ਰਹੇਗਾ। ਥੋੜ੍ਹੀ ਬਹੁਤੀ ਬਦਲਵਾਈ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। 29-30 ਤਰੀਕ ਨੂੰ ਇੱਕ ਪੱਛਮੀ ਚੱਕਰਵਾਤ ਦਾ ਜਿਹੜਾ ਅਸਰ ਹੈ ਉਹ ਨਜ਼ਰ ਆ ਰਿਹਾ, ਤੇ ਬਾਕੀ ਇਹ ਹੈ ਕਿ ਉਹਦੀ ਇੰਟੈਂਸਿਟੀ ਇੰਨੀ ਜ਼ਿਆਦਾ ਹਾਈ ਨਹੀਂ ਹੋਏਗੀ ਕਿ ਜ਼ਿਆਦਾ ਉਹ ਇਫੈਕਟ ਕਰ ਸਕੇ, ਪਰ ਫਿਰ ਵੀ ਅਗਰ 29-30 ਨੂੰ ਵੈਸਟਰਨ ਡਿਸਟਰਬੈਂਸ ਆ ਜਾਂਦਾ ਤਾਂ ਸਾਨੂੰ ਆਸ ਹੈਗੀ ਹੈ ਕਿ ਥੋੜ੍ਹਾ ਜਿਹਾ ਮੌਸਮ ਦੇ ਵਿੱਚ ਵੀ ਤਬਦੀਲੀ ਉਹ ਆ ਸਕਦੀ ਹੈ। ਜਿਸ ਤਰ੍ਹਾਂ ਹੁਣ ਮੌਸਮ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਬਦਲਵਾਈ ਚੱਲ ਰਹੀ ਹੈ, ਤੇ ਜਦੋਂ ਇਸ ਤਰ੍ਹਾਂ ਦਾ ਬਦਲਵਾਈ ਵਾਲਾ ਮੌਸਮ ਹੁੰਦਾ ਫਿਰ ਧੁੰਦ ਦੇ ਚਾਂਸਿਸ ਘੱਟ ਜਾਂਦੇ ਆ, ਪਰ ਜਦੋਂ ਦਿਨ ਬਿਲਕੁਲ ਸਾਫ਼ ਹੁੰਦੇ ਆ ਉਦੋਂ ਹੀ ਧੁੰਦ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਤੇ ਜਿਸ ਤਰ੍ਹਾਂ ਕਿ ਕੱਲ੍ਹ ਕਾਫੀ ਜਿਹੜਾ ਸਾਰਾ ਦਿਨ ਬਦਲਵਾਈ ਰਹੀ ਹੈ ਔਰ ਸੂਰਜ ਬਿਲਕੁਲ ਨਹੀਂ ਨਿਕਲਿਆ, 0 ਸਮਥਿੰਗ ਨਾਲ ਰਿਕਾਰਡ ਕੀਤੇ ਗਏ ਆ, ਔਰ ਠੰਡ ਨੇ ਵੀ ਆਪਣਾ ਪੂਰਾ ਜ਼ੋਰ ਬਣਾਈ ਰੱਖਿਆ। ਪਰ ਹੁਣ ਅੱਗੇ ਤੋਂ ਜਿਹੜਾ ਲੱਗ ਰਿਹਾ ਕਿ ਥੋੜ੍ਹਾ ਜਿਹਾ ਟੈਂਪਰੇਚਰ ਜਿਹੜੇ ਦਿਨ ਦੇ ਉਹ ਵਧਣਗੇ, ਕਿਉਂਕਿ ਮੌਸਮ ਥੋੜ੍ਹਾ ਜਿਹਾ 11-12 ਵਜੇ ਸਾਫ਼ ਹੋ ਜਾਂਦਾ, ਤੇ ਇਸ ਤਰ੍ਹਾਂ ਦੀ ਸੰਭਾਵਨਾ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨਜ਼ਰ ਆ ਰਹੀ ਹੈ। ਦਿਨ ਪ੍ਰਤੀ ਦਿਨ ਵੱਧ ਰਹੀ ਪੰਜਾਬ 'ਚ ਨਸ਼ੇ ਦੀ ਰੈਕਟ ਨੂੰ ਰੋਕਣ ਲਈ ਪੰਜਾਬ ਪੁਲਿਸ ਹਰ ਸੰਭਵ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ, ਅਤੇ ਇਸ ਕੋਸ਼ਿਸ਼ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਵੱਡੇ ਨੈਟਵਰਕ ਨੂੰ ਤੋੜਦੇ ਹੋਏ ਉੱਤਰਾਖੰਡ ਨੂੰ ਕਾਬੂ ਕੀਤਾ। ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਪੁਲਿਸ ਦੀ ਟੀਮ ਵੱਲੋਂ ਨਸ਼ੇ ਦੀਆਂ ਗੋਲੀਆਂ ਕੈਪਸੂਲ ਵੇਚਣ ਵਾਲੇ ਗਰੋਹ ਦੀ ਸਪਲਾਈ ਚੇਨ ਨੂੰ ਤੋੜ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਲੰਘੀ 21 ਦਸੰਬਰ 2022 ਨੂੰ 7 ਆਰੋਪੀਆਂ ਨੂੰ ਨਿਸ਼ਾਨ ਸ਼ਰਮਾ ਅਤੇ ਰਾਜੀਵ ਕੁਮਾਰ ਉਰਫ ਸੌਰਵ ਨੂੰ ਕਾਬੂ ਕਰਕੇ ਇਹਨਾਂ ਪਾਸੋਂ 29,920 ਨਸ਼ੀਲੀਆਂ ਗੋਲੀਆਂ ਅਤੇ 29,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ,
ਅਤੇ ਗ੍ਰਿਫਤਾਰ ਆਰੋਪੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ। ਜੋ ਗ੍ਰਿਫਤਾਰ ਆਰੋਪੀ ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਉਸਨੇ ਇਹ ਨਸ਼ੀਲੀਆਂ ਗੋਲੀਆਂ ਉੱਤਰਾਖੰਡ ਤੋਂ ਲਿਆਂਦੀਆਂ ਹਨ, ਫਿਰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਉੱਤਰਾਖੰਡ ਵਿਖੇ ਭੇਜਿਆ, ਜਿੱਥੇ ਪੁਲਿਸ ਟੀਮ ਵੱਲੋਂ ਦੇਹਰਾਦੂਨ ਤੋਂ ਉਸਮਾਨ ਰਾਜਪੂਤ ਨੂੰ ਕਾਬੂ ਕਰਕੇ ਇਸ ਪਾਸੇ 4,05,000 ਨਸ਼ੀਲੀਆਂ ਕੈਪਸੂਲ ਗੋਲੀਆਂ ਬਰਾਮਦ ਕੀਤੀਆਂ ਗਈਆਂ। ਬੇਸਿਕਲੀ ਜਿਹੜਾ ਨਸ਼ਿਆਂ ਦੇ ਖਿਲਾਫ ਆਪਾਂ ਜਿਹੜਾ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਉਹਦੇ ਪਹਿਲੂ ਦੇ ਵਿੱਚ ਅਸੀਂ ਇਹ ਕਿਹਾ ਸੀਗਾ, ਪਿੱਛੇ ਜੇ ਆਪਾਂ ਪੀਸੀਬੀ ਕੀਤੀ ਸੀ ਕਿ ਬਿਲਕੁਲ ਇਹਦੇ ਜਿਹੜਾ ਨਸ਼ਿਆਂ ਦਾ ਜਿਹੜਾ ਵੇਚਦਾ ਹੈ ਔਰ ਕਿੱਥੇ ਵੇਚਦਾ ਹੈ, ਔਰ ਉਦੋਂ ਬਾਅਦ ਫਿਰ ਅਸੀਂ ਉਹਦੇ ਪਿੱਛੇ ਵੀ ਜਾਵਾਂਗੇ, ਉਹਦੀ ਜੜ ਤੱਕ ਜਾਵਾਂਗੇ। ਉਹਦੇ ਸਾਰੇ ਜਿਹੜੀ ਇਸ ਇਨਵੈਸਟੀਗੇਸ਼ਨ ਨੂੰ ਜਿਹੜਾ ਕਿ ਇਸ ਪ੍ਰਕਿਰਿਆ ਦਾ ਟੋਟਲ ਕਿਵੇਂ ਚੱਲਦਾ ਹੈ, ਕਿੱਥੋਂ ਆਉਂਦੀ ਹੈ, ਕਿੱਥੇ ਬਣਦੀ ਹੈ, ਕਿਵੇਂ ਪਹੁੰਚਦੀ ਹੈ ਔਰ ਕਿਵੇਂ ਫਿਰ ਸਾਡੇ ਇਸ ਯੂਥ ਤੱਕ ਜਾਂਦੀ ਹੈ, ਉਹ ਸਾਰਾ ਅੱਜ ਜਿਹੜਾ ਆਪਾਂ ਪਰਦਾਫਾਸ਼ ਕਰਨ ਜਾ ਰਹੇ ਹਾਂ। ਤੁਹਾਨੂੰ ਯਾਦ ਹੋਣਾ ਹੈ 17 ਤਰੀਕ ਨੂੰ ਸੁਲਤਾਨਪੁਰ ਏਰੀਏ ਦੇ ਵਿੱਚ ਕੋਈ 10,000 ਜਿਹੜੀਆਂ ਫਾਰਮਾਂ ਇਹੋ ਜਿਹੇ ਜਿਹੜੇ ਡਰੱਗ ਸੀਗੀਆਂ ਉਹ ਰਿਕਵਰ ਹੋਈਆਂ, ਜਿਹਦੇ ਵਿੱਚ 3 ਮੁਲਜ਼ਮ ਗ੍ਰਿਫਤਾਰ ਹੋਏ। ਉਸ ਤੋਂ ਬਾਅਦ 21 ਤਰੀਕ ਨੂੰ ਫਿਰ 2 ਮੁਲਜ਼ਮ ਗ੍ਰਿਫਤਾਰ ਹੋਏ, ਜਿਹਦੇ ਤੋਂ 29,960 ਜਿਹੜੀਆਂ ਫਾਰਮਾਂ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਨਸ਼ੇ ਦੀਆਂ ਜਿਹੜੀਆਂ ਗੋਲੀਆਂ ਕੈਪਸੂਲ ਉਹ ਰਿਕਵਰ ਹੋਏ। ਇਹ ਫਿਰ ਅਸੀਂ ਇੱਕ ਸਪੈਸ਼ਲ ਇਨਵੈਸਟੀਗੇਸ਼ਨਸ ਟੀਮਸ ਤਿਆਰ ਕੀਤੀਆਂ। ਇੱਥੇ ਸਾਡੇ ਜਿਹੜੇ DCP 3 ਅਭਿਮਨਿਊ ਰਾਣਾ ਜੀ, ਇਹਨਾਂ ਦੇ ਥੱਲੇ DCP D ਜਿਹੜੇ ਸਾਡੇ ਮੁਖਵਿੰਦਰ ਜੀ, ਇਹਨਾਂ ਨੇ ਪੂਰੀ ਸੁਪਰਵਾਈਜ਼ ਕਰਕੇ ਆਪਣੀ CIA ਦੀਆਂ ਟੀਮਾਂ ਔਰ ਪੁਲਿਸ ਸਟੇਸ਼ਨ ਸੁਲਤਾਨਵਿੰਡ ਔਰ A ਡਿਵੀਜ਼ਨ ਦੀਆਂ ਜਿਹੜੀਆਂ ਟੀਮਾਂ ਨੂੰ ਲਾ ਕੇ ਅਸੀਂ ਫਿਰ ਉਹਦੀ ਪੂਰੀ ਕੋਖ ਕੀਤੀ ਵੀ ਇਹ ਜਿਹੜਾ ਡਰੱਗਸ ਇਹਨਾਂ ਤੱਕ ਪਹੁੰਚੀ ਕਿਵੇਂ, ਕਿੱਥੋਂ ਆਈ, ਕੌਣ ਲੈ ਕੇ ਆਇਆ ਔਰ ਬਣੀ ਕਿੱਥੇ। ਉਹ ਸਾਰੀਆਂ ਇਨਵੈਸਟੀਗੇਸ਼ਨ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਪੰਜਾਬ ਸੂਬੇ ਤੋਂ ਬਾਹਰ, ਕਿਉਂਕਿ ਸਾਡੇ ਤਾਂ ਇਹੋ ਜਿਹੀ ਜਿਹੜੀ ਡਰੱਗ ਬਣਦੀ ਨਹੀਂ, ਉਹਦੀ ਬਹੁਤ ਇਨਵੈਸਟੀਗੇਸ਼ਨ ਕਰਨ ਦੇ ਨਾਲ ਕਈ ਪਹਿਲੂ ਦੇਖਣ ਤੋਂ ਬਾਅਦ ਸਾਨੂੰ ਇਹ ਲੱਗਿਆ ਕਿ ਇਹ ਜਿਹੜਾ ਡਰੱਗ ਹੈ ਇਹ ਜਿਹੜੀ ਮੈਨੂਫੈਕਚਰ ਹੁੰਦੀ ਹੈ ਦੇਹਰਾਦੂਨ ਦੀ ਇੱਕ ਫੈਕਟਰੀ 'ਚੋਂ ਹੁੰਦੀ ਹੈ। ਉਹ ਫਿਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਉਹਨਾਂ ਨੂੰ ਰਿਕੁਐਸਟ ਕਰਕੇ ਅਸੀਂ ਡਰੱਗ ਇੰਸਪੈਕਟਰਸ ਦੀਆਂ ਟੀਮਸ ਵੀ ਬਣਾਈਆਂ, 3 ਪਾਰਟੀਆਂ ਬਣਾਈਆਂ, ਕਿਉਂਕਿ ਕਾਨੂੰਨ ਦੇ ਮੁਤਾਬਕ ਇਹੋ ਜਿਹੀ ਜਿਹੜੀ ਡਰੱਗ ਹੈ ਉਹ ਡਰੱਗ ਇੰਸਪੈਕਟਰਸ ਜਿਹੜੇ ਆ ਉਹਨਾਂ ਦਾ ਹੋਣਾ ਜ਼ਰੂਰੀ ਹੈ। ਉਹ ਟੀਮਾਂ ਦੇ ਨਾਲ ਅਸੀਂ ਵੱਖ-ਵੱਖ ਜਗ੍ਹਾ ਤੇ ਰੇਡ ਕਰਵਾਏ, ਜਿੱਥੋਂ ਬਣੀ, ਜਿੱਥੇ ਡਿਸਟ੍ਰੀਬਿਊਟ ਹੋਈ ਔਰ ਅਲਟੀਮੇਟਲੀ ਜਿਹੜਾ ਉਹ ਫੈਕਟਰੀ ਸੀਗੀ ਉਹਦੇ ਤੱਕ ਪਹੁੰਚ ਗਏ। ਔਰ ਉੱਥੇ ਜਦੋਂ ਜਾ ਕੇ ਦੇਖਿਆ, ਉੱਥੋਂ ਦੀ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਵੀ ਨਾਲ ਲਿਆ, ਉੱਥੋਂ ਦੇ ਲੋਕਲ ਜਿਹੜੇ ਡਰੱਗ ਇੰਸਪੈਕਟਰਸ ਉਹਨਾਂ ਦੀ ਲੋਕਲ ਜਿਹੜਾ ਸੀਗਾ ਉਹ ਲੈ ਕੇ ਉੱਥੇ ਰੇਡ ਕੀਤਾ ਤੇ ਪਤਾ ਲੱਗਿਆ ਕਿ ਉੱਥੋਂ ਦੀ ਦੇਹਰਾਦੂਨ ਦੀ ਇੱਕ ਜਿਹੜੀ ਮੈਨੂਫੈਕਚਰਿੰਗ ਕੰਪਨੀ ਹੈ, ਉਹਦਾ ਇਹ ਨਸ਼ੇ ਦੀਆਂ ਜਿਹੜੀਆਂ ਗੋਲੀਆਂ ਨੇ, ਐਕਚੁਅਲੀ ਕਈ ਵਾਰੀ ਮੈਡੀਸਿਨ ਵੀ ਬਹੁਤ ਰੇਅਰ ਜਿਹੜੀ ਯੂਜ਼ ਵੀ ਹੁੰਦੀ ਹੈ, ਲੇਕਿਨ ਉਹਦਾ ਕੋਈ ਲਾਇਸੈਂਸ ਵੀ ਨਹੀਂ ਸੀਗਾ, ਪਹਿਲਾਂ ਵੀ ਉਹ ਸੀਲ ਹੋਈ ਸੀਗੀ। ਔਰ ਉਹੀ ਜਿਹੜੀ ਮੈਨੂਫੈਕਚਰਿੰਗ ਕੰਪਨੀ ਪੰਜਾਬ ਦੇ ਵਿੱਚ ਸਾਡੀਆਂ ਜਿਹੜੀਆਂ ਦੋਵੇਂ ਕੰਸਾਈਨਮੈਂਟ ਸੀਗੀਆਂ ਉੱਥੋਂ ਹੀ ਬੜੀਆਂ ਹੋਈਆਂ ਸੀਗੀਆਂ, ਉਹ ਸਾਰੇ ਬੈਚ ਮਿਲ ਗਏ, ਉਹਨਾਂ ਦੇ ਬਿੱਲ ਸ਼ਿਲ ਜਿਹੜੇ ਬਾਕੀ ਜੋ ਵੀ ਸੀਗਾ ਉਹ ਸਾਰਾ ਮੈਚ ਹੋ ਗਿਆ। ਤੇ ਅਸੀਂ ਜਿਹੜੀਆਂ ਪੰਜਾਬ 'ਚ ਬਾਕੀ ਆਉਣੀਆਂ ਸੀ, ਜਿਹੜੀਆਂ ਹੋਰ ਪਿਲਸ ਆਉਣੀਆਂ ਸੀਗੀਆਂ, ਉੱਥੋਂ ਅਸੀਂ ਲਗਭਗ 3.5 ਲੱਖ ਦੇ ਲਗਭਗ ਜਿਹੜੀਆਂ ਗੋਲੀਆਂ ਹੋਰ ਉੱਥੋਂ ਰਿਕਵਰ ਕਰ ਲਈਆਂ, ਜਿਹੜੀਆਂ ਕਿ ਅਲਟੀਮੇਟਲੀ ਪੰਜਾਬ ਦੀ ਮਾਰਕੀਟ 'ਚ ਆਉਣੀਆਂ ਸੀਗੀਆਂ। ਸੋ ਫਿਰ ਉਹਨਾਂ ਦਾ ਜਿਹੜਾ ਅਸੀਂ ਸਾਰਾ ਰਿਕਾਰਡ ਦੇਖਿਆ, ਉਹਨਾਂ ਦੇ ਜਿਹੜੇ ਕਾਗਜ਼ ਦੇਖੇ ਤੇ ਉਹ ਬਿਲਕੁਲ ਇਲੀਗਲ ਚੱਲ ਰਹੇ ਸੀਗੇ, ਜਿਹਦੇ ਤੇ ਫਿਰ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਨੂੰ ਕਹਿ ਕੇ ਉੱਥੋਂ ਦਾ ਜਿਹੜਾ ਮਾਲਕ ਸੀਗਾ ਉਹਨੂੰ ਅਸੀਂ ਅਰੈਸਟ ਕਰ ਲਿਆ ਇਸ ਆਪਣੇ ਕੇਸ ਦੇ ਵਿੱਚ, ਜਿਹੜਾ ਕਿ ਸਾਡੇ ਇੱਥੇ A ਡਿਵੀਜ਼ਨ ਦੇ ਵਿੱਚ ਆਲਰੇਡੀ ਚੱਲ ਰਿਹਾ ਸੀ, ਜਿਹੜਾ ਕਿ 29,000 ਗੋਲੀਆਂ ਆਈਆਂ ਸੀਗੀਆਂ ਔਰ ਪਹਿਲੀਆਂ ਗੋਲੀਆਂ ਵੀ ਆਈਆਂ ਸੀ। ਉਹਦੀ ਕੰਟੀਨਿਊਟੀ 'ਚ, ਕਿਉਂਕਿ ਉੱਥੇ ਹੀ ਬਣੀਆਂ ਹੋਈਆਂ ਸੀਗੀਆਂ, ਅਸੀਂ ਉਸ ਫੈਕਟਰੀ ਦੇ ਜਿਹੜਾ ਓਨਰ, ਉਹਨਾਂ ਦਾ ਨਾਮ ਰਾਜਪੂਤ ਕਰਕੇ ਹੈ, ਉਸਮਾਨ ਰਾਜਪੂਤ ਨਾਮ ਦੇ ਵਿਅਕਤੀ,
ਜਿਹੜਾ ਕਿ ਉਸ ਫੈਕਟਰੀ ਦਾ ਮਾਲਕ ਸੀ ਉਹਨੂੰ ਅਰੈਸਟ ਕਰ ਲਿਆ। ਅਰੈਸਟ ਕਰਕੇ ਅਸੀਂ ਉਹਦਾ ਪ੍ਰੋਡਕਸ਼ਨ ਵਾਰੰਟ ਲੈ ਰਹੇ ਹਾਂ ਔਰ ਇਹਦੇ ਨਾਲ ਕਿਉਂਕਿ ਕੋਈ ਹੋਰ ਮੈਨੂਫੈਕਚਰਿੰਗ ਨਾ ਕਰ ਸਕੇ ਉਸ ਫੈਕਟਰੀ ਦੇ ਵਿੱਚ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿ ਕੇ ਉਹ ਫੈਕਟਰੀ ਨੂੰ ਤਾਲਾ ਵੀ ਲਵਾਤਾ, ਸੀਲ ਕਰ ਦਿੱਤਾ ਔਰ ਹੁਣ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਸਾਰੀ ਉਹਦਾ ਸਾਰਾ ਰਿਕਾਰਡ ਛਾਨਿਆ ਜਾ ਰਿਹਾ ਵੀ ਇਹੋ ਜਿਹੀ ਜਿਹੜੀ ਡਰੱਗ ਬਣ ਕੇ ਹੋਰ ਕਿੱਥੇ ਕਿੱਥੇ ਗਈ ਹੈ, ਕਿਹਨਾਂ ਨੂੰ ਉਹਨਾਂ ਨੇ ਭੇਜੀ ਹੈ, ਕਿਵੇਂ ਡਿਸਟ੍ਰੀਬਿਊਸ਼ਨ ਹੋਈ ਹੈ ਔਰ ਇਹਦਾ ਜਿਹੜਾ ਬੇਸਿਕ ਮੋਡਸ ਆਪਰੈਂਡੀ ਬੜਾ ਮਤਲਬ ਇੰਟਰਸਟਿੰਗ ਹੈ। ਫੈਕਟਰੀ ਤੋਂ ਜਿਹੜੀ ਡਰੱਗ ਚੱਲਦੀ ਹੈ ਲੀਗਲੀ ਉਹਨੂੰ ਜਿੱਥੇ ਜਾਣੀ ਹੈ ਉਹਦਾ ਬਿਲਕੁਲ ਜਿੱਥੇ ਜਾਂਦੀ ਹੈ ਪੂਰਾ ਉਹਦਾ ਰਿਕਾਰਡ ਰੱਖਣਾ ਹੁੰਦਾ। ਸੋ ਉਸ ਚੀਜ਼ ਨੂੰ ਕਰਨ ਵਾਸਤੇ ਇੱਕ ਡਿਸਟ੍ਰੀਬਿਊਟਰ ਅਪੁਆਇੰਟ ਕਰ ਦਿੰਦੇ ਨੇ, ਉਸ ਫੈਕਟਰੀ ਤੋਂ ਡਿਸਟ੍ਰੀਬਿਊਟਰ ਕੋਲ ਜਾਂਦੀ ਹੈ, ਡਿਸਟ੍ਰੀਬਿਊਟਰ ਅੱਗੇ ਫਿਰ ਇੱਕ ਹੋਰ ਸਬ ਏਜੰਟ ਲਾ ਲਓ ਜਾਂ ਉਹ ਵੀ ਇੱਕ ਤਰ੍ਹਾਂ ਦਾ ਹੋਲਸੇਲਰ ਬਣ ਜਾਂਦਾ ਹੈ, ਉੱਥੇ ਚਲੇ ਜਾਂਦੀ ਹੈ ਔਰ ਉੱਥੋਂ ਫਿਰ ਜਿਹੜਾ ਇਲੀਗਲ ਮਾਰਕੀਟ ਜਾਂ ਲਾ ਲਓ ਡਰੱਗ ਮਾਫੀਆ ਜਿਹੜਾ ਉਹ ਚੱਲਦਾ। ਹੈਰਾਨੀ ਦੀ ਗੱਲ ਹੈ ਕਿ ਜਿਹੜਾ ਉਹ ਥਰਡ ਪੁਆਇੰਟ ਹੁੰਦਾ ਉਹ ਬਿਲਕੁਲ ਫੇਕ ਹੈ। ਸਾਡੀਆਂ ਟੀਮਾਂ ਵੀ ਉੱਥੇ ਗਈਆਂ ਨੇ, ਕੋਈ ਐਡਰੈਸ ਨਹੀਂ, ਬਿਲਕੁਲ ਫੇਕ ਹੈ। ਇਹਦਾ ਮਤਲਬ ਹੈ ਕਿ ਉਹ ਸਾਰਾ ਪ੍ਰੋਸੈਸ ਹੀ ਫੇਕ ਸੀਗਾ। ਸੋ ਇਹ ਪਹਿਲੀ ਵਾਰੀ ਹੋਇਆ ਕਿ ਇੱਕ ਆਪਾਂ ਲੌਜੀਕਲ ਪੁਆਇੰਟ ਤੱਕ ਪਹੁੰਚੇ ਆ। ਜਿਹੜਾ ਇੱਥੇ ਮੈਡੀਸਨ, ਜਿਹੜਾ ਇੱਥੇ ਉਹ ਡਰੱਗ ਆਈ ਹੈ ਉਹ ਕਿੰਨੇ ਸਪਲਾਈ ਕੀਤੀ ਹੈ, ਕਿੰਨੇ ਡਿਸਟ੍ਰੀਬਿਊਟ ਕੀਤੀ ਹੈ, ਇੱਥੋਂ ਤੱਕ ਕਿ ਕਿਹੜੇ ਵਾਹੀਕਲ ਔਰ ਕਿਹੜੇ ਸਿਸਟਮ ਦੇ ਨਾਲ ਆਈ ਹੈ, ਉਹ ਅਸੀਂ ਸਾਰੇ ਦਾ ਸਾਰਾ ਜਿਹੜਾ ਉਹਨੂੰ ਅਸੀਂ ਇੱਕ ਲੌਜੀਕਲ ਪੁਆਇੰਟ ਤੱਕ ਲੈ ਕੇ ਆ ਰਹੇ ਹਾਂ ਔਰ ਜਿੱਥੇ ਬਣੀ ਹੈ ਉਹ ਉੱਥੋਂ ਉਹਨੂੰ ਉਹਨਾਂ ਦੇ ਜਿਹੜਾ ਸੀਗਾ ਉਹਦੇ ਪਰਚੇ ਦੇ ਵਿੱਚ ਉਹਨੂੰ ਅਸੀਂ ਅਰੈਸਟ ਵੀ ਕੀਤਾ ਔਰ ਫੈਕਟਰੀ ਨੂੰ ਵੀ ਅਗਾਂਹ ਤੋਂ ਸੀਲ ਕਰ ਦਿੱਤਾ ਔਰ ਇਹਦੇ ਨਾਲ ਬਾਕੀ ਜਿਹੜੇ ਆਸਪੈਕਟ ਨੇ ਵੀ ਇਹ ਤੋਂ ਪਹਿਲਾਂ ਕਿੱਥੇ ਕਿੱਥੇ ਜਾਂਦੀ ਰਹੀ ਹੈ, ਕੌਣ ਇਹਨੂੰ ਸਪਲਾਈ ਕਰਦਾ ਰਿਹਾ ਔਰ ਕਿਹੜੇ ਟਰਾਂਸਪੋਰਟ ਦੇ ਨਾਲ ਜਾਂਦੀ ਰਹੀ ਹੈ, ਉਹ ਸਾਰੇ ਦਾ ਸਾਰਾ ਜਿਹੜਾ ਹੈ ਇੱਕ ਬੜਾ ਵੱਡਾ ਜਿਹੜਾ ਨੈਟਵਰਕ ਹੈ ਇਹ ਆਪਣਾ ਸਾਡੇ ਸਾਹਮਣੇ ਆਏਗਾ। 10 ਕੁ ਦਿਨਾਂ ਦੇ ਵਿੱਚ ਹੀ ਜਿਹੜਾ ਆਪਾਂ ਆਲਮੋਸਟ 5 ਬੰਦੇ ਤਾਂ ਪਹਿਲਾਂ ਹੀ ਅਰੈਸਟ ਕਰ ਲਏ ਸੀਗੇ, 6ਵਾਂ ਇਹ ਮਾਲਕ ਕਰ ਲਿਆ ਔਰ ਇਹਦੇ ਨਾਲ ਤਕਰੀਬਨ 4.5 ਲੱਖ ਗੋਲੀ ਜਿਹੜੀ ਹੈ ਨਸ਼ੇ ਵਾਲੀ ਉਹ ਆਪਾਂ ਰਿਕਵਰ ਕਰ ਲਿਆ। ਤੁਸੀਂ ਇਮੇਜਿਨ ਕਰ ਸਕਦੇ ਜੇ ਕਿ ਕਿੰਨੇ ਯੂਥ ਨੂੰ ਇਹਨੇ ਖਰਾਬ ਕਰਨਾ ਸੀ, ਕਿੰਨੇ ਜਿਹੜੇ ਲੋਕਾਂ ਦੇ ਜਾਣਾ ਸੀਗਾ। ਸੋ ਇਹ ਮੇਰੇ ਖਿਆਲ ਅੱਜ ਦੇ ਸਾਲ ਦੀ ਸਭ ਤੋਂ ਵੱਡੀ ਰਿਕਵਰੀ ਹੋਏਗੀ ਕਿ 4.5 ਲੱਖ ਜਿਹੜੀ ਗੋਲੀ ਹੈ, ਨਾ ਕੇਵਲ ਉਹ ਬੰਦਿਆਂ ਨੂੰ ਜਿਹੜੇ ਵੇਚਣ ਵਾਲੇ ਸੀਗੇ, ਲਿਆਉਣ ਵਾਲੇ ਸੀ ਉਹਨਾਂ ਨੂੰ ਵੀ ਅਰੈਸਟ ਕਰ ਲਿਆ, ਬੁੱਕ ਕਰ ਲਿਆ, ਬਲਕਿ ਜਿਹੜਾ ਉਹਨੂੰ ਬਣਾਉਣ ਵਾਲੇ ਸੀ ਉਹ ਵੀ ਕਰ ਲਿਆ ਔਰ ਇਸ ਇਨਵੈਸਟੀਗੇਸ਼ਨ ਤੋਂ ਬਾਅਦ ਜਿੱਥੇ ਜਿੱਥੇ ਉਹ ਗਈ ਹੈ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ। ਸੋ ਸਾਡਾ ਬੜਾ ਕਲੀਅਰ ਕਨਸੈਪਟ ਹੈ ਟੋਟਲ ਜਿਹੜਾ ਮੈਨੂਫੈਕਚਰ ਤੋਂ ਲੈ ਕੇ ਅਲਟੀਮੇਟਲੀ ਪੁਆਇੰਟ ਆਫ ਸੇਲ ਤੱਕ ਜਿਹੜੇ ਵੀ ਇਨਵੋਲਵ ਹੋਣਗੇ ਉਹ ਸਾਰਿਆਂ ਨੂੰ ਹੀ ਅਸੀਂ ਜਿਹੜਾ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਅਰੈਸਟ ਵੀ ਕਰਾਂਗੇ, ਉਹਨਾਂ ਦੇ ਖਿਲਾਫ ਮੁਕੱਦਮਾ ਵੀ ਚਲਾਵਾਂਗੇ ਔਰ ਉਹਨਾਂ ਦੀਆਂ ਪ੍ਰਾਪਰਟੀ ਵੀ ਸੀਜ਼ ਕਰਾਂਗੇ। ਜੇ ਫੈਕਟਰੀ ਹੋਏਗੀ ਤੇ ਉਹ ਵੀ ਸੀਲ ਹੋਏਗੀ, ਜੇ ਉਹਦੇ ਤੋਂ ਜੋ ਕੁਝ ਬਣਾਇਆ ਹੋਏਗਾ ਉਹ ਸਾਰਾ ਸੀਲ ਹੋਏਗਾ ਤਾਂ ਕਿ ਆਪਣਾ ਜਿਹੜਾ ਇੱਥੇ ਜਿਹੜਾ ਨਸ਼ੇ ਵਾਲੀ ਜਿਹੜੀ ਹੈ ਮੁਹਿੰਮ ਜਿਹੜਾ ਲੋਕਾਂ ਨੂੰ ਔਰ ਜਿਹੜੇ ਸਾਡੇ ਯੂਥ ਨੂੰ ਖਰਾਬ ਕਰ ਰਿਹਾ ਉੱਤੇ ਠੱਲ ਪੈ ਸਕੇ। ਸਰ ਜਿਹੜੀ ਫੈਕਟਰੀ ਦੇ ਵਿੱਚ ਕੋਈ ਤੁਹਾਨੂੰ ਇਹ ਪਤਾ ਹੀ ਹੈ ਕਿ ਕਈ ਵਾਰੀ ਜਿਹੜੀਆਂ ਫਾਰਮਾਸਿਊਟੀਕਲ ਜਿਹੜੀਆਂ ਹੁੰਦੀਆਂ ਨੇ, ਕੋਈ ਰੇਅਰ ਟਾਈਪ ਦੀ ਕੋਈ ਡਿਜ਼ੀਜ਼ ਹੁੰਦੀ ਹੈ ਉਹਦੇ ਵਾਸਤੇ ਹੁੰਦੀ ਹੈ, ਪਰ ਉਹਦੇ ਆੜ ਦੇ ਵਿੱਚ ਇਹ ਜਿਹੜੀ ਹੈ ਜਿਹੜੀ ਬੈਂਡ ਹੈ NDPS ਦੇ ਵਿੱਚ ਹੈ ਉਹ ਬਣਾ ਲੈਂਦੇ ਨੇ, ਲੇਕਿਨ ਉਹਨੂੰ ਗ੍ਰੇ ਮਾਰਕੀਟ ਜਿਹਨੂੰ ਆਪਾਂ ਕਹਿੰਦੇ ਇਲੀਗਲ ਮਾਰਕੀਟਸ ਲਿਆਉਂਦੇ, ਜਿਹੜਾ ਆਪਾਂ ਪਰਦਾਫਾਸ਼ ਕੀਤਾ। ਸਰ ਕਦੋਂ ਤੋਂ ਚੱਲ ਰਹੀ ਸੀ ਫੈਕਟਰੀ ਇਹ ਦੇਖੋ ਇਹ ਤਕਰੀਬਨ ਲਗਭਗ ਆਈ ਥਿੰਕ ਪਿਛਲੇ 5 ਸਾਲ ਤੋਂ ਤਾਂ ਚੱਲ ਹੀ ਰਹੀ ਹੈ। ਬਾਕੀ ਅਸੀਂ ਸਾਰੀ ਇਨਵੈਸਟੀਗੇਟ ਕਰਾਂਗੇ ਕਦੋਂ ਇਹ ਬੈਚ ਬਣੇ, ਕਦੋਂ ਇਹ ਸਿਸਟਮ ਚੱਲਿਆ। ਸੋ 5 ਸਾਲ ਤੋਂ ਤਕਰੀਬਨ ਇਹਨਾਂ ਦੀ ਹੋਂਦ ਚਾਈ ਹੋਈ ਹੈ ਔਰ ਇੱਕ ਸਮਝ ਲਓ ਅੱਧੇ ਏਕੜ 'ਚ ਬਣੀ ਹੋਏਗੀ, ਚੰਗੀ ਵੱਡੀ ਫੈਕਟਰੀ ਹੈ ਔਰ ਅਸੀਂ ਸਾਰਾ ਹੀ ਰਿਕਾਰਡ ਉਹਨੂੰ ਛਾਣ ਰਹੇ ਹਾਂ। ਸਰ ਪੰਜਾਬ 'ਚ ਇਹ ਚੱਲਦੇ ਸੀ ਜਾਂ ਹੋਰ ਵੀ ਦੇਸ਼ ਦੇ ਕਈ ਕੋਨਿਆਂ ਦੇ ਵਿੱਚ ਭੇਜਦੇ ਸੀ? ਦੇਖੋ ਅੱਜ ਤਾਂ ਆਪਾਂ ਜਿਹੜੇ ਤੁਹਾਨੂੰ ਦੱਸਿਆ ਕਿ ਅਸੀਂ ਤਾਂ 21 ਤਰੀਕ ਨੂੰ ਜਿਹੜੀ ਸਾਡੀ ਰਿਕਵਰੀ ਹੋਈ 29,000 ਉਸ ਔਰ ਸਾਡੀ ਉਸ ਤੋਂ ਪਹਿਲਾਂ 13 ਤਰੀਕ ਨੂੰ ਰਿਕਵਰੀ ਹੋਈ, ਉਹਦੇ ਬੇਸ ਦੇ ਉੱਤੇ ਹੀ ਅਸੀਂ ਇਹ ਸਾਰੀ ਕਾਰਵਾਈ ਕਰ ਲਈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਅੱਜ ਸ਼ਹੀਦੀ ਸਭਾ ਦੇ ਪਹਿਲੇ ਦਿਨ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਕੁਮਾਰ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਕੁਝ ਨਿਛਾਵਰ ਕੀਤਾ। ਸਾਹਿਬਜ਼ਾਦਿਆਂ ਦੀ ਬਲੀਦਾਨ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਨ ਦੀ ਲੋੜ ਹੈ ਅਤੇ ਇਹ ਬਲੀਦਾਨ ਅੱਜ ਦੀ
ਨੌਜਵਾਨ ਪੀੜ੍ਹੀ ਤੱਕ ਪਹੁੰਚਣਾ ਚਾਹੀਦਾ ਹੈ। ਜੇਕਰ ਇਹ ਇਤਿਹਾਸ ਘਰ ਘਰ ਪਹੁੰਚਦਾ ਹੈ ਤਾਂ ਅੱਜ ਪੰਜਾਬ ਵਿੱਚ ਅਮਨ ਸ਼ਾਂਤੀ ਹੋਵੇਗੀ। ਉਹਨਾਂ ਨੇ ਕਿਹਾ ਹੈ ਕਿ ਅੱਜ ਇੱਥੇ ਪਹੁੰਚ ਕੇ ਉਹਨਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲੀ। ਉੱਥੇ ਹੀ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਮਨਾਈ ਜਾ ਰਹੀ ਵੀਰ ਬਾਲ ਦਿਵਸ ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਜੇਕਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ ਹੈ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਵਫਦ ਸ਼ਹੀਦਾਂ ਦੀ ਗੁਰੂਆਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਆਇਆ ਹੈ। ਸੋਮ ਪ੍ਰਕਾਸ਼ ਜੀ ਔਰ ਪਾर्टी ਦੇ ਸਭ ਪਦਾਧਿਕਾਰੀ दुनिया के अंदर इस प्रकार का कोई उदाहरण नहीं है कि सर्वस्व अपना सब कुछ बारता जाए। 10वें पातशाही जी ने सर्वस्व दान किया और उहदे प्रति पूरा देश जिहड़ा वो नतमस्तक है। छोटी छोटी उम्र के अंदर बिना भय दे बिना डर दे अपने देश लई अपने धर्म की राखी दे लई हसदे हसदे नीहां च चुने जाना ये 21 तो लैके 27 दिसंबर की जिहड़ी है ये जिहड़ा शहीदी सप्ताह है। एक सप्ताह के अंदर अंदर चारे पुत्र मारदे ने, माता जी का बलिदान हो जाना और छोटी आयु के अंदर अपने पिता जी का बलिदान दे लई प्रेरणा देना ये दुनिया के अंदर किते नहीं मिलता। ये शहीदां की धरती है, ये गुरुआं की धरती है। इनू नमन करने लिए अज असीं आए हाँ कि गुरुआं दे दसे हुए रस्ते ते जिस कारण साहबजादियां ने अपना बलिदान दिता, अज उस बलिदान नू याद करन दी पंजाब दे अंदर बहुत ज़्यादा जरूरत है। अज गुरु पुत्रां दा बलिदान, गुरु तेग बहादुर जी का बलिदान नवीं पीढ़ी तक पुजना चाहिए और मैनूं लगता है कि अगर ये बलिदान, ये शहादत, ये सर्वस्व वारन की जिहड़ी परंपरा उन्होंने पैदा की है अगर घर घर जाती है तो मैनूं लगता है ये पंजाब का अमन, पंजाब की शांति और पंजाब का भाईचारा पुख्ता होंदा। महाराज जी दे इत्थे आके अज मन नूं इतना संतोष होया और वाहिगुरू मेरे पंजाब नूं अमन शांति और चढ़दी कला का आशीर्वाद दे। यही मैं इस वेले शर्मा जी एसजीपीसी ने वीर बाल दिवस का सिद्ध तौर पर विरोध किया, कहते शहादत दिवस क्यों नहीं रखा ऐसा है ऐसा कि मैं अज उन्हां शहीदां नूं नमन करन आया जिन्हां दे कारण मैं इत्थे हाँ। ये नुकताचीनी नहीं करनी चाहिए। मैनूं ये लगता है कि देश नूं आज़ाद होए किन्ने वरे हो गए, अगर इस शहादत नूं किसी ने सच्चे मन के नाल नमन किया वो देश के प्रधानमंत्री नरेंद्र मोदी ने, उन्होंने इस शहादत नूं पूरी दुनिया तक पहुँचाता। मैनूं ये लगता है कि उन्हां दी शहादत नूं जो मुकाम देश के प्रधानमंत्री ने पूरी दुनिया के अंदर वीर बाल दिवस की घोषणा करके किया है, ये लई मैनूं नहीं लगता कि कोई इस प्रकार के कोई विवाद खड़े हो। शहादत दिवस ते की प्रॉब्लम है जे हो जाता तो शहादत मैनूं दसो बलिदान दिवस ते की प्रॉब्लम है? वीर बाल दिवस मैनूं लगता है कि जथेदार जी वो पवित्र स्थान ते ने, उन्हां दे किसी बयान के उत्ते मैं कोई बयान नहीं देना। मेरा केवल इतना है कि अज गुरु पुत्रां दी शहादत नूं नमन करन दा दिन है, याद करन दा दिन है। किसी नां ते कर लो, बलिदान दे नां ते कर लो, वीर दिवस के रूप से कर लो, इन्हां छोटियां गल्लां तो बाहर निकल के गुरु पुत्रां दा बलिदान क्यों होया? पर की है वैसे गुरु पुत्रां दा बलिदान क्यों होया? गुरु पुत्रां ने बलिदान क्यों किया? ये जरूरी है पंजाबियां तक जाना। अज का दिन साहिबजादियां की शहादत का दिन है, उन्होंने याद करने का दिन है, उन्होंने नतमस्तक होने का दिन है। सारा भारतवर्ष सारी दुनिया नतमस्तक हो रही है। इनू आप साहिबजादियां का शहादत का दिन कह लीए या बलिदान दिवस कह लीए, कोई भी ना लीए। अज शहादत में असीं तां नतमस्तक होण आए हैं, अपनी श्रद्धा भेंट करना आए हैं। पर वीर बाल दिवस का साफ तौर पर विरोध किया अज वो साहिबजादियां का शहादत का दिन है, वीर बाल दिवस भी है, जो मर्जी का नाम ले लो, शहादत है अज उन्होंने नतमस्तक होने का दिन है। पर की वैसे कोई गलबात की जा सकती है जे नाम शहादत दिवस भी होंदा है तो की वैसे एसजीपीसी नाल या जहेदार साहब नाल कोई चर्चा हो सकती है? फ्यूचर का की पता, फ्यूचर तो कुछ भी हो सकता है। तुसीं सुनेहा देवोगे
ਪ੍ਰਧਾਨ ਮੰਤਰੀ ਸਾਹਿਬ ਤੱਕ? ਤੁਹਾਡਾ ਸੁਨੇਹਾ ਸਾਰਾ ਰੋਜ਼ ਜਾ ਰਿਹਾ। ਬੀਤੀ ਦੇਰ ਰਾਤ ਲੁਧਿਆਣਾ ਦੇ ਧੂਰੀ ਲਾਈਨ ਨਜ਼ਦੀਕ ਸਥਿਤ ਇੱਕ ਕਬਾੜ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਵੇਖ ਇਲਾਕਾ ਨਿਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਅੱਗ ਦੇ ਦੇਖਦੇ ਹੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਭਾਈ ਇਹ ਕਵਾੜ ਦੀ ਦੁਕਾਨ ਆ ਆਪਣੀ, ਠੀਕ ਆ ਜੀ। ਅਸੀਂ ਉਧਰ ਚਰਚ ਵੱਲੋਂ ਆਏ ਆ, ਸਾਰੀ ਫੈਮਿਲੀ ਇਹਦੇ ਘਰੇ ਬੈਠੇ ਹੋਏ ਆ ਤੇ ਸਾਨੂੰ ਕੁਝ ਨਹੀਂ ਪਤਾ ਹੈਗਾ ਵੀ ਕੀ ਹੋਇਆ ਕੀ ਨਹੀਂ। ਤੇ ਸਾਨੂੰ ਪਤਾ ਲੱਗੇ ਵੀ ਉਧਰੋਂ ਅੱਗ ਲੱਗ ਗਈ ਦੂਜੇ ਪਲਾਟ ਵੱਲੋਂ, ਤੇ ਉਧਰੋਂ ਅਸੀਂ ਸੋਚਿਆ ਵੀ ਉਧਰ ਅੱਗ ਲੱਗੀ ਹੈ। ਉਧਰ ਦੇਖਿਆ ਉਧਰ ਵੀ ਨਹੀਂ ਹੈਗਾ, ਦੂਜੇ ਪਲਾਟ ਵਾਲੇ ਦੇਖਿਆ ਉਧਰ ਵੀ ਨਹੀਂ ਹੈਗੀ। ਉਹ ਬਾਅਦ ਚੋਂ ਕਹਿੰਦੇ ਗਰਾਊਂਡ ਵਾਲੇ ਲੱਗੀ ਆ ਤੇ ਅਸੀਂ ਸਾਰਾ ਟੱਬਰ ਇੱਧਰ ਨੂੰ ਭੱਜ ਗਏ ਆ। ਬੰਦਾ ਤਾਂ ਨਹੀਂ ਅੰਦਰ, ਕੋਈ ਵੀ ਨਹੀਂ ਰਹਿੰਦੇ ਹੈਗੇ ਭਾਈ ਅੰਦਰ, ਸਾਰੇ ਉੱਪਰ ਸੀ, ਉਹ ਭੱਜ ਗਏ। ਪਤਾ ਨਹੀਂ ਲੱਗਿਆ ਵੀ ਕੀ ਹੋਇਆ ਕੀ ਨਹੀਂ। ਕਵਾੜ ਦੀ ਦੁਕਾਨ ਆ ਭਾਈ ਆਪਣੀ, ਪਤਾ ਹੀ ਨਹੀਂ ਹੈਗਾ ਵੀ ਕੀ ਕੁਛ ਸੜ ਗਿਆ ਅੰਦਰ। ਮੇਰੇ ਚਾਚਾ ਜੀ ਦਾ ਗਡਾਊਨ ਆ ਜੀ। ਅੱਗ ਲੱਗਣ ਦਾ ਕਾਰਨ ਪਤਾ ਲੱਗਾ? ਅੱਗ ਲੱਗਣ ਦਾ ਕਾਰਨ ਪਤਾ ਲੱਗਾ? ਕੁਛ ਵੀ ਨਹੀਂ ਭਾਜੀ, ਜਦੋਂ ਅੱਗ ਵਧੀ ਉਦੋਂ ਪਤਾ ਲੱਗਿਆ ਵਾ, ਉਦੋਂ ਪਤਾ ਲੱਗਿਆ। ਫੇਰ ਅਸੀਂ ਸਾਰਾ ਟੱਬਰ, ਚਾਚੇ ਤਾਏ ਦੇ ਮੁੰਡੇ, ਭੈਣ ਭਰਾ ਸਾਰੇ ਇਕੱਠੇ ਹੋ ਕੇ ਇੱਧਰ ਨੂੰ ਆਏ। ਕਿੰਨੇ ਦਾ ਸਮਾਨ ਹੋਏਗਾ ਅੰਦਰ? ਭਾਈ ਕੁਛ ਗਿਣਤੀ ਨਹੀਂ ਹੈਗਾ ਉਹਦਾ ਲੱਖਾਂ ਦਾ ਵੀ ਸਮਾਨ ਭਾਈ, ਕੋਈ ਪਤਾ ਨਹੀਂ ਹੈਗਾ ਭਾਜੀ, ਇਹ ਕੋਈ ਪਤਾ ਨਹੀਂ ਹੈਗਾ। ਤੁਸੀਂ ਮੱਲਾਵਾਸੀ ਹੋ ਜੀ? ਹਾਂ ਮੱਲਾਵਾਸੀ ਹੋ? ਭਾਈ ਭਰਾ ਵਾ, ਉਹਦਾ ਤਾਏ ਦਾ ਮੁੰਡਾ ਮੈਂ। ਤਾਏ ਦਾ ਵਾ ਜੀ, ਤਾਏ ਦਾ। ਤੇ ਪ੍ਰਸ਼ਾਸਨ ਨੂੰ ਹੁਣ ਇਹ ਮੇਰੇ ਭਰਾ ਦਾ ਨਾ ਗਰਾਊਂਡ ਸੀ, ਕਿਰਾਏ ਤੇ ਲਿਆ ਹੋਇਆ, ਉਹ ਸਾਰਾ ਮਾਲ ਮੂਲ ਇੱਧਰ ਹੀ ਰੱਖਦਾ ਸੀ ਭਾਜੀ। ਕਾਫੀ ਨੁਕਸਾਨ ਹੋਇਆ। ਮੰਗ ਭਾਜੀ ਜੋ ਹੈਗਾ ਵਾ, ਜੋ ਨੁਕਸਾਨ ਹੈਗਾ ਸਾਨੂੰ ਇਹ ਬਸ ਉਹ ਚਾਹੀਦਾ ਵਾ, ਹੋਰ ਤਾਂ ਅਸੀਂ ਕੁਝ ਨਹੀਂ ਮੰਗ ਹੈਗੀ ਸਰਕਾਰ ਕੋਲੇ। ਹਾਂਜੀ ਭਾਜੀ, ਫਾਇਰ ਗੇਟ ਭਾਈ ਇੱਧਰ ਹੀ ਰਹਿੰਦਾ, ਮਨੋਹਰ ਨਗਰ ਮਹੱਲੇ 1100। ਠੀਕ ਹੈ ਜੀ। ਮਨੋਹਰ ਨਗਰ ਮਹੱਲੇ ਰਹਿੰਦੇ ਆ, ਗਲੀ ਨੰਬਰ 1। ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਲਗਾਤਾਰ ਮੋਬਾਈਲ ਫੋਨ ਅਤੇ ਹੋਰ ਸਮਾਨ ਬਰਾਮਦ ਹੋ ਰਿਹਾ, ਪਰ ਇਸ ਦੇ ਬਾਵਜੂਦ ਸਰਕਾਰ ਇਸ ਵਿਸ਼ੇ ਤੇ ਗੰਭੀਰ ਨਜ਼ਰ ਨਹੀਂ ਆ ਰਹੀ। ਹਰ ਵਾਰ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਪਹਿਲਾਂ ਨਾਲੋਂ ਜ਼ਿਆਦਾ ਸਖਤੀ ਕੀਤੀ ਗਈ ਹੈ, ਪਰ ਇਹਨਾਂ ਦਾਅਵਿਆਂ ਦੀ ਉਸ ਵੇਲੇ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ ਜਦੋਂ ਜੇਲ੍ਹਾਂ ਵਿੱਚੋਂ ਇਸ ਤਰ੍ਹਾਂ ਮੋਬਾਈਲ ਫੋਨ ਅਤੇ ਹੋਰ ਸਮਾਨ ਬਰਾਮਦ ਹੁੰਦਾ ਹੈ। ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿੱਚੋਂ ਇੱਕ ਵਾਰ ਫਿਰ ਮੋਬਾਈਲ ਫੋਨ ਅਤੇ ਉਹਨਾਂ ਨਾਲ ਸੰਬੰਧਿਤ ਸਮਾਨ ਬਰਾਮਦ ਹੋਇਆ। ਵੈਸੇ ਇਹ ਜੇਲ੍ਹ ਅਕਸਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ, ਕਿਉਂਕਿ ਇਸ ਜੇਲ੍ਹ ਵਿੱਚ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਲੁਧਿਆਣਾ ਦੇ ਮੁੱਖ ਡਾਕਘਰ ਵਿਖੇ ਰੇਲ ਵਿਭਾਗ ਅਤੇ ਡਾਕ ਵਿਭਾਗ ਵੱਲੋਂ ਸਾਂਝੇ ਤੌਰ ਤੇ ਰੇਲ ਪੋਸਟ ਗਤੀ ਸ਼ਕਤੀ ਐਕਸਪ੍ਰੈਸ ਕਾਰਗੋ ਸਰਵਿਸ ਦੀ ਸ਼ੁਰੂਆਤ ਕੀਤੀ ਗਈ। ਇਸ ਸਰਵਿਸ ਰਾਹੀਂ ਸਾਰੇ ਹੀ ਵਰਗਾਂ ਦੇ ਲੋਕ ਆਪਣੇ ਛੋਟੇ ਤੋਂ ਛੋਟੇ ਸਮਾਨ ਤੋਂ ਲੈ ਕੇ ਵੱਡੇ ਤੋਂ ਵੱਡੇ ਸਮਾਨ ਤੱਕ ਭਾਰਤ ਦੇ ਕਿਸੇ ਵੀ ਥਾਂ ਤੇ ਸਸਤੇ ਅਤੇ ਘੱਟ ਸਮੇਂ ਵਿੱਚ ਪਹੁੰਚਾ ਸਕਣਗੇ, ਜਿਸ ਦੇ ਲਈ ਅੱਜ ਲੁਧਿਆਣਾ ਵਿੱਚ ਉਦਯੋਗਪਤੀਆਂ ਨਾਲ ਬੈਠਕ ਕਰਕੇ ਉਹਨਾਂ ਨੂੰ ਇਸ ਸਰਵਿਸ ਬਾਰੇ ਜਾਣੂ ਕਰਵਾਇਆ ਗਿਆ। ਉਦਯੋਗਪਤੀਆਂ ਵੱਲੋਂ ਇਸ ਸਰਵਿਸ ਦੀ ਪ੍ਰਸ਼ੰਸਾ ਕੀਤੀ ਗਈ ਹੈ। ਉੱਥੇ ਹੀ ਕੁਝ ਟਰਾਂਸਪੋਰਟ ਜੁੜੇ ਕਾਰੋਬਾਰੀ ਸਰਕਾਰ ਦੇ ਸਫ਼ਰ ਵਿੱਚ ਬਹੁਤ ਮਹਿੰਗਾ ਦੱਸ ਰਹੇ ਹਨ। ਇਸ ਸਰਵਿਸ ਨੂੰ ਪਹਿਲਾਂ ਪਾਇਲਟ ਪ੍ਰੋਜੈਕਟ ਦੇ ਤਹਿਤ ਸੂਰਤ ਤੋਂ ਛਪਰਾ ਤੱਕ ਚਲਾਇਆ ਗਿਆ ਸੀ, ਜਿਸ ਦੀ ਕਾਮਯਾਬੀ ਤੋਂ ਬਾਅਦ ਇਸ ਨੂੰ ਲੁਧਿਆਣਾ ਵਿਖੇ ਸ਼ੁਰੂਆਤ ਕੀਤੀ ਗਈ ਹੈ। ਅੱਜ ਰੇਲਵੇ ਵੱਲੋਂ ਤੇ ਪੋਸਟਲ ਡਿਪਾਰਟਮੈਂਟ ਵੱਲੋਂ ਇੱਕ ਜੁਆਇੰਟ ਜਿਹੜਾ ਫਰੇਟ ਹੈਂਡਲਿੰਗ ਦਾ ਸਿਸਟਮ ਬਣਾਇਆ ਗਿਆ, ਇਹਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ ਹੈ। ਸੀਨੀਅਰ ਆਫੀਸਰ ਦਿੱਲੀ ਤੋਂ ਆਇਆ। ਇਹਦਾ ਇੰਡਸਟਰੀ ਨੂੰ ਬੜਾ ਬੈਨੀਫਿਟ ਹੋਏਗਾ, ਕਿਉਂਕਿ ਸਾਡਾ ਲੁਧਿਆਣੇ ਜਿਹੜਾ ਉਹ ਹਜ਼ਾਰਾਂ ਟਨ ਮਾਲ ਰੋਜ਼ ਟਰਾਂਸਪੋਰਟ ਹੁੰਦਾ, ਉਹਦੇ 'ਚ ਵੱਡਾ ਕਾਰਗੋ ਵੀ ਹੈ, ਟਰੱਕ ਵੀ ਹੈ, ਕੰਟੇਨਰਸ ਵੀ ਹੈ ਔਰ ਛੋਟੇ ਪਾਰਸਲ ਵੀ। ਔਰ ਇਹਦੇ ਨਾਲ ਜਿਹੜਾ ਇੰਡਸਟਰੀ ਨੂੰ ਇੱਕ ਕੰਪੀਟੀਟਿਵ ਪ੍ਰਾਈਸ ਤੇ ਔਰ ਇੱਕ ਅੱਛੀ ਸਰਵਿਸ ਮਿਲੇਗੀ, ਜਿਹਦੀ ਕਿ ਪ੍ਰੋਪਰ ਟਰੈਕਿੰਗ ਹੈ। ਔਰ ਜਿਹੜੀ ਰੇਲਵੇ ਜਾਂ ਪੋਸਟਲ ਡਿਪਾਰਟਮੈਂਟ ਹੈ, ਇਹ ਹਮੇਸ਼ਾ ਇੰਡਸਟਰੀ ਲਈ ਟਰਸਟਵਰਦੀ ਰਿਹਾ ਵੀ ਇਹ ਬੜਾ ਟਰਾਂਸਪੇਰੈਂਟ ਕੰਮ ਕਰਦੇ ਆ। ਸੋ ਮੈਨੂੰ ਉਮੀਦ ਹੈ ਇਹਦੇ ਨਾਲ ਇੰਡਸਟਰੀ ਨੂੰ ਕਾਫੀ ਫਾਇਦਾ ਹੋਏਗਾ। ਤੇ ਸਰ ਇਹਦੇ ਨਾਲ ਇੰਡਸਟਰੀ ਨੂੰ ਨੁਕਸਾਨ ਕੀ ਹੈ ਤੇ ਫਾਇਦਾ ਕੀ ਹੈ? ਜਿੱਦਾਂ ਹੁਣ ਲੇਬਰ ਡਬਲ ਨਹੀਂ ਪਊਗੀ, ਜਿੱਦਾਂ ਹੁਣ ਤੁਹਾਡੀ ਕੰਪਨੀ ਤੋਂ ਮਾਲ ਚੱਕਣਗੇ, ਇੱਕ ਪ੍ਰਾਈਵੇਟ ਟਰੱਕ ਵਾਲਾ ਜਾਊਗਾ ਉਹ ਰੇਲਵੇ ਤੱਕ ਛੱਡੂਗਾ? ਨਹੀਂ, ਉਹ ਇਹਨਾਂ ਨੇ ਆਪਣੇ ਆਪ ਚੁੱਕਣਾ, ਆਪਣੇ ਆਪ ਉੱਥੇ ਤੱਕ ਲੈ ਕੇ ਜਾਣਾ ਔਰ ਆਪਣੇ ਆਪ ਡੈਸਟੀਨੇਸ਼ਨ ਤੇ ਪਹੁੰਚਾਉਣਾ। ਸਰ ਕੋਈ ਤੁਹਾਡੇ ਕੋਲ ਕਿਰਾਏ ਭਾੜੇ ਦਾ ਵੀ ਫਰਕ ਪਊਗਾ? ਹਾਂ, ਇਹਦੇ 'ਚ ਕਿਰਾਇਆ ਜਿਹੜਾ ਮਟੀਰੀਅਲ ਸਾਨੂੰ ਅਰਜੈਂਟ ਕਈ ਵਾਰ ਬਾਈ ਏਅਰ ਭੇਜਣਾ, ਉਹ ਅਸੀਂ ਟ੍ਰੇਨ ਤੇ ਭੇਜ ਕੇ ਵੀ ਆਪਣੇ ਕਸਟਮਰ ਨੂੰ ਟਾਈਮਲੀ ਮਾਲ ਪਹੁੰਚਾ ਸਕਦੇ। ਸਰ ਇਹਦੇ ਦੇ ਵਿੱਚ ਕਈ ਲੋਕ ਬੇਰੁਜ਼ਗਾਰ ਵੀ ਹੋ ਜਾਣਗੇ ਜਿੱਦਾਂ ਟਰੱਕ? ਨਹੀਂ, ਉਹਦੇ 'ਚ ਮੈਨੂੰ ਨਹੀਂ ਲੱਗਦਾ
ਬੇਰੁਜ਼ਗਾਰੀ ਵਾਲਾ ਕੋਈ ਕੰਮ ਨਹੀਂ, ਕਾਰਗੋ ਜਾਣਾ ਹੀ ਹੈ। ਜਿੱਦਾਂ ਦਿੱਲੀ ਤੋਂ ਲੈ ਕੇ ਬੰਬੇ ਤੱਕ, ਗੁਲਾਟੀ ਤੱਕ ਡਰਾਈਵਰ ਲੋਕ, ਗੱਡੀਆਂ, ਕੰਡਕਟਰ। ਤੇ ਉਹ ਐਕਚੁਅਲੀ ਇੰਨਾ ਜ਼ਿਆਦਾ ਕਾਰਗੋ ਐਰੋ ਇੰਡਸਟਰੀ ਇੰਨੀ ਗਰੋ ਕਰ ਰਹੀ ਹੈ, ਇਹਦੇ 'ਚ ਤਾਂ ਦਿਨ ਹਰ ਸਾਲ ਈਅਰ ਔਨ ਈਅਰ ਜਿਹੜੀ ਗਰੋਥ ਹੈ ਕਾਰਗੋ 'ਚ 15 ਤੋਂ 20% ਹੈ। ਇਹਦੀ ਕੋਈ ਬੇਰੁਜ਼ਗਾਰ ਹੋਣ ਵਾਲਾ ਕੋਈ ਮੈਨੂੰ ਸੰਭਾਵਨਾ ਨਜ਼ਰ ਨਹੀਂ ਆਉਂਦੀ। ਸਮਾਨ ਸੇਫ ਰਹੂਗਾ ਜਾਂਦੇ ਵਿੱਚ? ਸਮਾਨ ਸੇਫ ਰਹੇਗਾ, ਉਹਨਾਂ ਨੇ ਟਰੈਕਿੰਗ ਦਿੱਤਾ ਹੈ ਪ੍ਰੋਪਰ, ਉਹਨਾਂ ਨੇ ਮੈਕੈਨਿਜ਼ਮ ਬਣਾਇਆ, ਪ੍ਰੋਪਰ ਕੈਬਨਿਟਸ ਬਣਾਈ ਹੈ ਔਰ ਇਹਨਾਂ ਨੇ ਪੂਰੀ ਵਰਕਿੰਗ ਕਰਕੇ, ਮੈਂ डिटेल्ड प्रेजेंटेशन देखी है, पूरी वर्किंग करके इन्होंने इन्हों लॉन्च किया। थैंक यू। आज हम जॉइंट पार्सल प्रोडक्ट है जो रेलवेज़ और पोस्टल डिपार्टमेंट का एक जॉइंट पार्सल प्रोडक्ट है, तो उसके बारे में हम एक इनिशियल मीटिंग करने के लिए यहाँ पे इकट्ठे हुए हैं। मैम इस सर्विस में क्या क्या बेनिफिट होंगे? इस सर्विस में ये बेनिफिट्स है कि जैसे दोनों हमारे डिपार्टमेंट्स हैं, जैसे उनकी जो भी लिमिटेशंस थी, जैसे हमारे जो पोस्टल डिपार्टमेंट है उसकी ये लिमिटेशन है कि हम 35 किलो तक ही पार्सल बुक करते हैं, और रेलवेज़ डिपार्टमेंट की ये लिमिटेशन है कि वो पिकअप नहीं कर सकते और डिलीवरी नहीं कर सकते। तो इन दोनों डिपार्टमेंट्स की जो भी लिमिटेशंस हैं, ये प्रोडक्ट उन दोनों लिमिटेशंस को दूर करता है, और जो हमारी स्ट्रेंथ्स हैं उनको जोड़ के हमने ये प्रोडक्ट बनाया है जॉइंट पार्सल प्रोडक्ट। मैम जैसे जो उद्योगपति हैं जो बाई रोड अपने सामान भेजते थे, क्या उनको इस सर्विस से लाभ होगा? हाँ निश्चित ही, बहुत उन्हीं के लिए ये सर्विस बनाई गई है, उन्हीं के लिए सर्विस ये डिज़ाइन की गई है, और अभी ये इनिशियल स्टेजेस पे, इसमें अभी और भी हम इम्प्रूवमेंट, जो भी हमें यहाँ पे फीडबैक मिला है CII से या जो भी इंडस्ट्रियल ऑर्गेनाइजेशन सबसे मिला है, तो उसको भी हम इनकॉर्पोरेट करके सर्विस को और भी बेहतर करेंगे। निश्चय उन्हीं के लिए बनी है ये सर्विस। अभी कहाँ चल रही है सर्विस? अभी तो इनिशियल स्टेजेस हैं, अभी सूरत से शुरू हुई है, तो अभी कॉन्सेप्चुअल स्टेट्स पे है। तो जैसे सूरत से वाराणसी है, शायद सूरत से छपरा, सूरत से छपरा, तो ये कॉन्सेप्चुअल स्टेज पे है। अभी शुरू हुई है? डेट बताएंगे, डेट मुझे डेट का आइडिया नहीं। पिछले साल मार्च में स्टार्ट हुई थी, मार्च से अभी हाँ चल रही है। जो आज आपने लॉन्च किया जो हाँ जी, लुधियाना से, हाँ कहाँ तक होगी? जी, ये लुधियाना से डिमांड के ऊपर है। जैसे हमने इसीलिए कस्टमर्स के साथ ये मीटिंग की है, जैसे जैसे हमारे कस्टमर्स डिमांड करेंगे कि हमें ये डेस्टिनेशंस तक इतनी फ्रीक्वेंसी पे इतने वेट हमें भेजना है, तो उनके हिसाब से, क्योंकि ट्रेन तो आपको पता ही है इतना वाइड नेटवर्क है, हर जगह से हर जगह ट्रेन जा रही है, तो जैसे जैसे हमारे कस्टमर्स की डिमांड होगी वैसे वैसे हम वो लॉन्च करते रहेंगे, शुरू करते रहेंगे। तो फिलहाल कितनी ट्रेनें शुरू कर रहे हैं? फिलहाल पहले एक ही शुरू होगी? हाँ जी, शुरू में ऐसे फ़िलहाल जैसे हमने कस्टमर से कहा कि जैसे जैसे वो बताएंगे कि कितनी कैपेसिटी उनको चाहिए, तो वैसे वैसे शुरू होते रहेंगे, तो ये डिमांड के ऊपर है। तो मैडम कई बार सोचा जाता है भी सामान गलत होता है, कोई गलत सामान होता है, वो उसकी जांच कैसे होगी? इसमें प्रॉपर स्कैनिंग्स वगैरह होंगी जो भी रेलवेज़ की होती हैं, ये सारे टेस्ट एंड चेक्स तो पूरे बैलेंस करे जाएंगे, ये तो सारा इन प्लेस होगा सारा सिस्टम। तो अगर कोई सामान की जिम्मेदारी होती है, अभी सामान महंगा होता है, इंडस्ट्री का सामान अगर गुम हो जाता है, उसकी कोई पॉलिसी है? हाँ जी, यहाँ पे हम इंश्योरेंस भी दे रहे हैं, तो इंश्योरेंस की फैसिलिटी है कि जो भी आपका सामान है उस पर, और बहुत ही 0.03% रेट है इंश्योरेंस का, विच इज़ वेरी वेरी नॉमिनल, तो इंश्योरेंस की फैसिलिटी भी हम इस प्रोडक्ट के लिए दे रहे हैं। कितना का लाभ मिलेगा लोगों को? बहुत ज़्यादा लाभ मिलेगा, तभी हम यहाँ कह रहे थे कि बहुत सक्सेसफुल होने वाला है, इसलिए हमने लुधियाना में ही की है, पंजाब में पहली मीटिंग, क्योंकि सबसे ज़्यादा स्कोप यहीं पे है, आपको पता ही है, होजरी का, साइकिल्स का, टायर्स का, तो सब चीज़ के लिए बहुत लाभ मिलेगा लोगों को इसमें। पर ਇਹਦਾ बुरा प्रभाव ये नहीं पऊगा जिवें ट्रक वाले ने ਜਾਂ ਹੋਰ ਤੇ रोजगार ਤੇ फर्क नहीं होगा? नहीं, इसमें ऐसे कोई नहीं, इतना ज़्यादा काम है कि इसमें कोई कंपटीशन तो है ही नहीं, सबके यहाँ पे लुधियाना में इतना काम है कि सबके पास रोज़गार मिल सकता है, इसमें कोई कंपटीशन वाली वो बात नहीं। हमें तो बेस्ट से बेस्ट फैसिलिटी देनी है, बाद में कस्टमर को देखना है कि उसको कौन सा चैनल अपनाना है, सारी फैसिलिटीज़ तो होनी चाहिए अवेलेबल, फिर कस्टमर को डिसाइड करना है कि मुझे कौन सी ऑप्शन चूज़ करनी है। ਤੇ ਪਹਿਲਾਂ ਨਾਲੋਂ सस्ता होगा या महंगा होगा? अभी रेट्स डिसाइड कर रहे हैं रेट्स में, तो कंपैरेटिव ही होंगे, रेट्स इकोनॉमिकल होंगे, तो रेलवे के बारे में सारी जानकारी सब ਗੁਆਂਢੀ ਦੇਸ਼ ਚੀਨ 'ਚ ਕਰੋਨਾ ਦੀ ਨਵੀਂ ਸਟੇਨ ਨਾਲ ਫੈਲੇ ਅੰਤਕ ਤੋਂ ਬਾਅਦ ਦੂਜੇ ਦੇਸ਼ਾਂ ਵੱਲੋਂ ਵੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਭਾਰਤ ਸਰਕਾਰ ਵੱਲੋਂ ਵੀ ਕਰੋਨਾ ਦੀ ਨਵੀਂ ਲਹਿਰ ਨਾਲ ਨਿਬੜਨ ਲਈ ਸਿਹਤ ਵਿਭਾਗ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ। ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਵੀ ਕਰੋਨਾ ਦੀ ਨਵੀਂ ਸਟੇਨ ਨੂੰ ਲੈ ਕੇ ਕਾਫੀ ਗੰਭੀਰ ਹੈ, ਜਿਸ ਵੱਲੋਂ ਸਾਰੇ ਹਸਪਤਾਲਾਂ 'ਚ ਟੈਸਟਿੰਗ ਅਤੇ ਵੈਕਸੀਨੇਸ਼ਨ ਤੇ ਜ਼ੋਰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਅਗਰ ਵਧਦੀ ਹੈ ਤਾਂ ਇਸ ਲਈ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਚੱਲਦੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ ਕਰੋਨਾ ਦੀ ਇਸ ਨਵੀਂ ਲਹਿਰ ਨਾਲ ਨਿਬੜਨ ਲਈ ਸਾਰੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਇਸ ਸੰਬੰਧੀ ਡਾਕਟਰ ਸ਼ਿਲੇਖ ਮਿੱਤਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਰੋਨਾ ਦੇ ਨਵੇਂ ਸਟੇਨ ਨਾਲ ਨਜਿੱਠਣ ਲਈ ਮੈਡੀਕਲ ਹਸਪਤਾਲ 'ਚ 487 ਬੈੱਡ ਤਿਆਰ ਰੱਖੇ ਗਏ ਹਨ, ਜਿਨ੍ਹਾਂ ਵਿੱਚੋਂ 81 ਬੈੱਡ ਦਾ ICU ਵਾਰਡ ਵਿੱਚੋਂ
ਵੈਂਟੀਲੇਟਰ ਵਗੈਰਾ ਦੀ ਹਰ ਤਰ੍ਹਾਂ ਦੀ ਸਹੂਲਤ ਹੈ। ਅਸੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਜੋ ਹਦਾਇਤਾਂ ਮੁਤਾਬਕ ਆਪਦੇ ਵੱਲੋਂ ਇਸ ਮਹਾਮਾਰੀ ਨੂੰ ਟਕਰਾਉਣ ਵਾਸਤੇ ਜਾਂ ਉਹਦਾ ਸੈੱਟ ਕਰਨ ਵਾਸਤੇ ਜਾਂ ਮਰੀਜ਼ਾਂ ਵਾਸਤੇ ਦੋ ਦਿੱਕਤ ਨਾ ਆਵੇ, ਹਰ ਪਾਸੋਂ ਤਿਆਰ ਹੈ। ਸਾਡੇ ਕੋਲ ਐਟ ਪ੍ਰੈਜ਼ੈਂਟ 81 ਬੈੱਡ ਅਸੀਂ ICU ਦੇ ਤਿਆਰ ਕਰ ਲਏ ਹੈ ਜੀ, ਤੇ 406 ਬੈੱਡ ਦੂਸਰੇ ਬੈੱਡ ਤਿਆਰ ਕਰ ਲਏ, ਤੇ ਟੋਟਲ 487 ਬੈੱਡ ਸਾਡੇ ਕੋਲ ਤਿਆਰ ਹੈ, ਜਿਹਦੇ ਵਿੱਚੋਂ 436 ਬੈੱਡਾਂ 'ਤੇ ਸਾਡੇ ਕੋਲ ਆਕਸੀਜਨ ਦਾ ਪੂਰਾ ਇੰਤਜ਼ਾਮ ਹੈਗਾ। ਬਾਕੀ ਜਿਹੜੇ ਵੈਂਟੀਲੇਟਰ ਵਗੈਰਾ ਸਾਰਾ ਕੁਝ ਅਸੀਂ ਇੰਤਜ਼ਾਮ ਕਰ ਲਿੱਤਾ ਗਿਆ। ਸਰ, ਗੱਲ ਕੀਤੀ ਹੈ ਮੈਡੀਕਲ ਕਾਲਜ ਹਸਪੀਟਲ 'ਚ ਇੱਕ ਕਰੋਨਾ ਟੈਸਟ ਵਾਲੀ ਜਿਹੜੀ ਮਸ਼ੀਨ ਵੀ ਹੈ, ਇਲਾਕੇ ਦੇ ਜਿੰਨੇ ਟੈਸਟ ਪਿਛਲੇ ਸਮੇਂ ਦੇ ਦੌਰਾਨ ਵੇਖਿਆ ਸੀ ਹੁੰਦੇ ਸੀਗੇ ਸਰ, ਉਹ ਹੁਣ ਕੀ ਪੋਜੀਸ਼ਨ ਹੈਗੀ? ਉਹ ਲੈਬ ਕੰਟੀਨਿਊਸ ਚੱਲ ਰਹੀ ਹੈ, ਇੱਕ ਦਿਨ ਵੀ ਬੰਦ ਨਹੀਂ ਹੋਈ, ਹੁਣ ਵੀ ਚੱਲ ਰਹੀ ਹੈ। ਜੋ ਟੈਸਟ ਹੋ ਰਹੇ ਹੈ, ਜਿੰਨੇ ਵੀ ਟੈਸਟ ਸੈਂਪਲ ਆ ਰਹੇ ਹੈ, ਉਸ 'ਤੇ ਸਾਰੇ ਟੈਸਟ ਹੋ ਰਹੇ ਹੈ, ਤੇ ਉਹਦੇ ਵਿੱਚ ਜੀਨ ਸੀਕੁਐਂਸਿੰਗ ਵੀ ਹੋ ਰਹੀ ਹੈ ਤੇ ਬਾਕੀ ਟੈਸਟ ਵੀ ਹੋ ਰਹੇ ਹੈ। ਸਰ, ਉਹਦੀ ਕਪੈਸਿਟੀ ਦੀ ਗੱਲ ਕਰੀ ਤੇ ਇੱਕ ਦਿਨ 'ਚ ਕਿੰਨੇ ਟੈਸਟ ਕਰਨੇ? ਕਪੈਸਿਟੀ ਕਰੀਬ 5000 ਟੈਸਟ ਡੇਲੀ ਹੋ ਜਾਂਦੇ ਆ। ਸਬ ਡਿਵੀਜ਼ਨ ਅਜਨਾਲਾ ਅਧੀਨ ਆਉਂਦੇ ਥਾਣਾ ਝੰਡੇੜ ਦੇ ਪਿੰਡ ਸੈਰਸਾ ਕਲਾ ਵਿਖੇ ਇੱਕ ਵਿਅਕਤੀ ਦੇ ਭੇਦਭਰੇ ਹਾਲਾਤਾਂ 'ਚ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਿਸ ਵੱਲੋਂ ਮਰਨ ਵਾਲੇ ਵਿਅਕਤੀ ਦੀ ਪਤਨੀ ਅਤੇ ਉਸਦੇ ਆਸ਼ਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਾਰੇ ਮਾਮਲੇ ਦਾ ਖੁਲਾਸਾ ਕਰਦਿਆਂ ਅੱਜ ਪ੍ਰੈਸ ਕਾਨਫਰੰਸ ਦੌਰਾਨ DSP ਸੰਜੀਵ ਕੁਮਾਰ ਨੇ ਦੱਸਿਆ ਹੈ ਕਿ ਮ੍ਰਿਤਕ ਮੰਗਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਵੱਲੋਂ ਰਿਸ਼ਤੇਦਾਰਾਂ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਇੱਕ ਮਨਘੜਤ ਕਹਾਣੀ ਵੀ ਬਣਾਈ ਗਈ ਸੀ ਤੇ ਸਭ ਨੂੰ ਦੱਸਿਆ ਗਿਆ ਸੀ ਕਿ ਮੇਰਾ ਪਤੀ ਰਾਤ ਸਮੇਂ ਗੁਰੂ ਕਾ ਬਾਗ ਵਿਖੇ ਗਿਆ ਸੀ ਅਤੇ ਰਾਤ 11 ਵਜੇ ਆਇਆ ਸੀ ਅਤੇ ਉਸਨੇ ਮੈਨੂੰ ਦੱਸਿਆ ਸੀ ਕਿ ਉਹ ਰਸਤੇ ਵਿੱਚ ਕੁਝ ਬੰਦਿਆਂ ਨੇ ਮੈਨੂੰ ਕੁੱਟਮਾਰ ਕੀਤੀ ਹੈ, ਫਿਰ ਸੋ ਗਿਆ ਸੀ। ਪਰ ਜਦੋਂ ਸਵੇਰੇ 5 ਵਜੇ ਉਸ ਨੂੰ ਉਠਾਉਣ ਲਈ ਗਈ ਤਾਂ ਉਹ ਉਦੋਂ ਮਰ ਚੁੱਕਾ ਸੀ, ਜਦਕਿ ਮੰਗਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਜੋ ਕਿ ਪਿੰਡ ਸੈਰਸਾ ਖੁਰਦ 'ਚ ਬੁਟੀਕ ਦਾ ਕੰਮ ਕਰਦੀ ਸੀ ਅਤੇ ਉਸਦੀ ਉੱਥੇ ਹੀ ਦਰਜੀ ਦਾ ਕੰਮ ਕਰਦੇ ਇੱਕ ਹੋਰ ਵਿਅਕਤੀ ਰੋਸ਼ਨ ਸਿੰਘ ਨਾਲ ਪਿਛਲੇ 3-4 ਮਹੀਨਿਆਂ ਤੋਂ ਨਾਜਾਇਜ਼ ਸੰਬੰਧ ਸਨ, ਜਿਸ ਸੰਬੰਧੀ ਮੰਗਲ ਸਿੰਘ ਨੂੰ ਵੀ ਪਤਾ ਲੱਗ ਚੁੱਕਾ ਸੀ ਤੇ ਉਹ ਦੋਵੇਂ ਇਕੱਠੇ ਰਹਿਣਾ ਚਾਹੁੰਦੇ ਸਨ, ਪਰ ਉਸ ਦਾ ਪਤੀ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ, ਜਿਸ ਤੋਂ ਬਾਅਦ ਉਹਨਾਂ ਦੇ ਪਿਆਰ ਵਿੱਚ ਬਣ ਰਹੀ ਰੁਕਾਵਟ ਨੂੰ ਸਦਾ ਲਈ ਦੂਰ ਕਰਨ ਲਈ ਹੀ ਮਨਪ੍ਰੀਤ ਕੌਰ ਤੇ ਰੋਸ਼ਨ ਸਿੰਘ ਨੇ ਸਲਾਹ ਕਰਕੇ 24-25 ਦਸੰਬਰ ਦੀ ਦਰਮਿਆਨੀ ਰਾਤ ਨੂੰ ਮੰਗਲ ਸਿੰਘ ਨੂੰ ਸ਼ਰਾਬੀ ਹਾਲਤ ਵਿੱਚ ਪਹਿਲਾਂ ਨੀਂਦ ਦੀਆਂ ਗੋਲੀਆਂ ਖਵਾਈਆਂ, ਜਿਸ ਤੋਂ ਬਾਅਦ ਉਸ ਦੀਆਂ ਲੱਤਾਂ ਅਤੇ ਬਾਹਾਂ ਬੰਨ੍ਹ ਕੇ ਉਸ ਦੇ ਸਿਰ ਤੇ ਲੋਹੇ ਦੇ ਸੱਪੜ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੱਲ ਝੰਡੇੜ ਥਾਣੇ 'ਚ ਪਿੰਡ ਪੈਂਦਾ ਸੈਂਸਰੇ ਤੇ ਪਤਾ ਲੱਗਾ ਸੀ ਕਿ ਇੱਕ ਵਿਅਕਤੀ ਦਾ ਕਤਲ ਹੋਇਆ ਤੇ ਉਹਦੀ ਵਾਈਫ ਵੱਲੋਂ ਜੋ ਦੱਸਿਆ ਗਿਆ ਕਿ ਇਨੀਸ਼ੀਅਲੀ ਕਿ ਰਾਤ ਨੂੰ ਇਹ ਆਪਣਾ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਤੇ ਰਾਤ ਨੂੰ ਆਪਣੀ ਦਵਾਈ ਲੈਣ ਗਿਆ ਸੀ ਤੇ ਇਹਨੇ ਆ ਕੇ ਦੱਸਿਆ ਕਿ ਇਹਦੇ ਨਾਲ ਮਾਰ ਕੁਟਾਈ ਹੋਈ ਹੈ, ਸਿਰਫ ਹੱਥੋਂ ਪਾਈ ਹੋਈ ਹੈ ਤੇ ਮੈਂ ਕਿਹਾ ਕਿ ਆ ਕੇ ਸੌਂ ਗਏ ਨੇ। ਫਿਰ ਤੇ ਸਵੇਰੇ ਇਹ ਉੱਠ ਨਹੀਂ ਸਕੇ ਨੇ, ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਿਆ, ਸਾਨੂੰ ਵੀ ਪਤਾ ਲੱਗਾ ਸੀ ਵੀ ਉੱਥੇ ਜਿਸਲੇ ਮੌਕੇ ਤੇ ਗਏ ਤੇ ਸਿਰ ਦੀ ਸੱਟ ਕਾਫੀ ਗੰਭੀਰ ਸੀ, ਕੋਈ ਸਿਰ ਦੀ ਸੱਟ ਕੋਈ ਇਸ ਤਰੀਕੇ ਦੀ ਸੀ ਕਿ ਜੇ ਉਹ ਲੱਗੀ ਹੈ ਤੇ ਉਸੇ ਵਕਤ ਬੰਦੇ ਦੀ ਜਾਂ ਤੇ ਡੈਥ ਹੋ ਜਾਏਗੀ ਤੇ ਜਾਂ ਬੰਦਾ ਤੁਰ ਫਿਰ ਨਹੀਂ ਸਕੇਗਾ। ਤੇ ਜਿਹੜਾ ਇਹਦਾ ਬਿਆਨ ਦੱਸਿਆ ਜਾਣਾ ਕਿ ਬਾਹਰੋਂ ਆ ਕੇ ਸੌਂ ਗਏ, ਆ ਕੇ ਮੋਟਰਸਾਈਕਲ ਚਲਾ ਕੇ ਆਏ ਤਾਂ ਮਾਮਲਾ ਸ਼ੱਕੀ ਲੱਗਾ। ਫਿਰ ਬਾਅਦ ਵਿੱਚੋਂ ਇਹਦੇ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਲੇਡੀ ਦੇ ਨਾਲ ਤੇ ਇਹ ਗੱਲ ਡਿਸਕਲੋਜ਼ ਹੋਈ ਕਿ ਇਹ ਬੁਟੀਕ ਦਾ ਕੰਮ ਕਰਦੀ ਹੈ, ਉਹਦੀ ਦੁਕਾਨ ਹੈ ਸੈਂਸਰੇ ਖੁਰਦ। ਉਹਦੇ ਨਾਲ ਹੀ ਇਹਦਾ ਇੱਕ ਰੋਸ਼ਨ ਨਾਂ ਦਾ ਲੜਕਾ ਉਹ ਵੀ ਦਰਜੀ ਦੁਕਾਨ ਕਰਦਾ, ਉਹਦੇ ਨਾਲ ਇਹਦੇ ਇਲਿਸਿਟ ਰਿਲੇਸ਼ਨ ਸੀ। ਤੇ ਉਸ ਦਿਨ ਵੀ ਰਾਤ ਇਸ ਨੂੰ ਆਪਣਾ ਮੰਗਲ ਸਿੰਘ ਨੂੰ ਪਤਾ ਲੱਗ ਗਿਆ ਸੀ, ਇਹਦੇ ਨਾਲ ਗੁੱਸੇ ਕਰਨੀ ਹੋਇਆ ਸੀ 2-3 ਵਾਰੀ ਦੁਕਾਨ ਤੇ, ਇਸ ਗੱਲ ਦੀ ਵੀ ਰੰਜਿਸ਼ ਸੀ ਤੇ ਇਹਨਾਂ ਨੂੰ ਸ਼ਾਇਦ ਮਿਲਣ ਗਿਲਣ 'ਚ ਔਕੜ ਆਉਣ ਲੱਗ ਪਈ। ਤੇ ਪਰਸੋਂ ਰਾਤ ਇਹਨਾਂ ਨੇ ਕੀ ਕੀਤਾ ਕਿ ਲੜਕਾ ਇਹਦੇ ਨਾਲ ਫੋਨ ਤੇ ਗੱਲ ਕਰਕੇ ਆਇਆ, ਬਾਹਰੋਂ ਦਰਵਾਜ਼ਾ ਨਹੀਂ ਖੋਲ੍ਹਿਆ ਕਿਉਂਕਿ ਦਰਵਾਜ਼ੇ ਦੀ ਚਾਬੀ ਉੱਧਰ ਸੀ ਤੇ ਦਰਵਾਜ਼ੇ ਦਾ ਪਤਾ ਨਾ ਲੱਗ ਜਾਵੇ। ਇਹ ਕੰਧ ਟੱਪ ਕੇ ਅੰਦਰ ਆਇਆ। ਲੜਕੇ ਨੇ ਜਿਹੜਾ ਮਰਨ ਵਾਲੇ ਉਹਨੇ ਦਾਰੂ ਪੀਤੀ ਸੀ, ਇਹਨਾਂ ਨੇ ਲੱਤਾਂ ਦੇ ਉਹਦੀਆਂ ਬਾਹਾਂ ਬੰਨ੍ਹ ਦਿੱਤੀਆਂ ਤੇ ਇਹਨਾਂ ਨੇ ਮੁੜ ਕੇ ਬਾਅਦ ਵਿੱਚੋਂ ਉਹਦੇ ਸਿਰ ਤੇ ਮਿਲ ਕੇ ਬਾਹਾਂ ਬੰਨ੍ਹੀਆਂ ਸੀ ਇਹਦੀਆਂ ਤੇ ਸਿਰ ਤੇ ਕੁਝ ਕੰਧਾਲੀ ਟਾਈਪ ਹੋਈ ਸੀ, ਉਹ ਛੱਬਲ ਜਿਹਨੂੰ ਹੁੰਦੀ ਉਹ ਮਾਰੀ ਉਹਦੇ ਸਿਰ ਤੇ 2 ਸੱਟਾਂ ਲੱਗੀਆਂ ਨੇ ਤੇ ਬਟ ਉਹਦੇ ਨਾਲ ਉੱਥੇ ਮੌਕੇ ਤੇ ਉਹਦੀ ਡੈਥ ਹੋ ਗਈ। ਤੇ
ਜਿਹੜਾ ਲਾਸ਼ ਦਾ ਜਿਹੜਾ ਖੂਨ ਖਾਨ ਸੀ ਉਹਦਾ ਜਿਹੜਾ ਬੈੱਡ ਦੀ ਢੋਕ ਤੇ ਉਹਦੇ ਵਿੱਚ ਜਿਹੜਾ ਵਗਿਆ ਸੀ ਉਹ ਸਾਰਾ ਸਾਫ਼ ਸੂਫ ਕਰਕੇ ਇਹਨਾਂ ਨੇ ਰਾਤ ਹੀ ਸਾਰਾ ਸਮੇਟ ਦਿੱਤਾ। ਮਤਲਬ 2-3 ਘੰਟੇ ਦੇ ਮੁੜ ਕੇ ਬਾਅਦ 'ਚ ਇਹੋ ਕੰਮ ਕਰਦੇ ਰਹੇ। ਇਸ ਲੇਡੀ ਨੇ 4/23 ਤੇ ਆਪਣੇ ਕਿਸੇ ਨਾਲ ਸ਼ਰੀਕੇ ਵਾਲਿਆਂ ਨੇ ਤੇ ਕਿਸੇ ਨੂੰ ਨਹੀਂ ਦੱਸਿਆ ਤੇ ਦੂਸਰੇ ਪਿੰਡ ਤੋਂ ਕੋਈ ਹਟਵੇਂ ਇੱਕ ਆਦਮੀ ਨੂੰ ਫੋਨ ਕੀਤਾ ਆਪਣੀ ਦੱਸਣ ਵਾਸਤੇ ਕਿ ਬਈ ਇਹ ਕੰਮ ਹੋਇਆ ਤੇ ਉਹ ਤੋਂ ਵੀ ਸਾਰਾ ਮਾਮਲਾ ਸ਼ੱਕੀ ਲੱਗਦਾ ਸੀ। ਉਹਦੇ ਘਰ ਦੇ ਵੀ ਬਾਹਰ ਵਿਹੜੇ ਤੋਂ ਪਿਛਲੇ ਪਾਸਿਓਂ ਵੀ ਥੋੜੇ ਬਲੱਡ ਸਟੇਨ ਮਿਲ ਗਏ ਤੇ ਜਿਹਦੇ ਨਾਲ ਇਹ ਗੱਲ ਪੁਖਤਾ ਹੋ ਗਈ ਕਿ ਇਹਦਾ ਕਤਲ ਇੱਥੇ ਹੀ ਹੋਇਆ। ਥੋੜੀ ਸਖਤੀ ਕਰਨ ਨਾਲ ਫਿਰ ਇਹ ਲੇਡੀ ਮੰਨ ਗਈ ਕਿ ਬਈ ਇਸ ਤਰ੍ਹਾਂ ਉਹਨੇ ਤੇ ਉਹਦੇ ਜਿਹੜਾ ਨਾਲ ਰੋਸ਼ਨ ਸੀ ਆਪਣੇ ਯਾਰ ਨਾਲ ਮਿਲ ਕੇ ਉਹਨਾਂ ਦਾ ਕਤਲ ਕਰ ਦਿੱਤਾ। ਸਰ ਪਤਾ ਲੱਗਾ ਕਿੰਨੇ ਚਿਰ ਤੋਂ ਸੰਬੰਧ ਚੱਲਦੇ ਸੀ ਇਹਨਾਂ ਦੇ? ਕਾਫੀ ਇਹਦੇ ਰੀਸੈਂਟਲੀ ਸੀ 4-5 ਮਹੀਨੇ ਤੋਂ ਹੀ ਸੀ ਇਹਦੇ ਸੰਬੰਧ। ਸਰ ਕਿੰਨੇ ਬੱਚੇ ਜੀ? ਬੱਚੇ 2 ਆ, ਛੋਟੇ ਬੱਚੇ ਨੇ, ਇੱਕ ਲੜਕਾ ਤੇ ਇੱਕ ਲੜਕੀ ਹੈ। ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹਾਂ, ਕਿੰਨੇ ਦਾ ਰਿਮਾਂਡ ਹੈ ਉਹਦਾ? 2 ਦਿਨ ਦਾ ਰਿਮਾਂਡ ਮਿਲ ਗਿਆ। ਬਾਕੀ ਜਿਹੜੀ ਰਿਕਵਰੀ ਹੈ ਜਿਹੜੇ ਵੈਪਨ ਆਫੈਂਸ ਉਹ ਸੀ ਕਰਨਾ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰਵਾਲ ਦਿਵਸ ਸਮਾਗਮ ਅੱਜ ਯਾਨੀ ਕਿ 26 ਦਸੰਬਰ ਨੂੰ ਦਿੱਲੀ ਵਿਖੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਆਯੋਜਨ ਕੀਤਾ ਗਿਆ ਹੈ। ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵੀਰਵਾਲ ਦਿਵਸ ਅੱਜ ਦੇ ਦਿਨ ਯਾਦਗਾਰ ਬਣ ਗਿਆ ਹੈ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਿਤ ਦੀ ਸ਼ੁਰੂਆਤ ਫਤਿਹ ਦੀ ਸਾਂਝ ਨਾਲ ਕੀਤੀ। ਉਹਨਾਂ ਕਿਹਾ ਹੈ ਕਿ ਵੀਰਵਾਲ ਦਿਵਸ ਸਾਨੂੰ ਦੱਸੇਗਾ ਕਿ ਭਾਰਤ ਕੀ ਹੈ, ਭਾਰਤ ਦੀ ਪਹਿਚਾਣ ਕੀ ਹੈ। ਅੱਜ ਦੇਸ਼ ਪਹਿਲਾ ਵੀਰਵਾਲ ਦਿਵਸ ਮਨਾ ਰਿਹਾ, ਜਿਸ ਦਿਨ ਨੂੰ ਜਿਸ ਬਲੀਦਾਨ ਨੂੰ ਅਸੀਂ ਪੀੜ੍ਹੀਆਂ ਤੋਂ ਯਾਦ ਕਰਦੇ ਆਏ ਹਾਂ। ਅੱਜ ਇੱਕ ਰਾਸ਼ਟਰ ਦੇ ਰੂਪ ਵਿੱਚ ਉਸ ਨੂੰ ਇਕਜੁੱਟ ਨਮਨ ਕਰਨ ਲਈ ਇੱਕ ਨਵੀਂ ਸ਼ੁਰੂਆਤ ਹੋ ਰਹੀ ਹੈ। वीरवाल दिवस आने वाले दशकों और सदियों के लिए ये उद्घोष करेगा। मैं आज इस अवसर पर वीर साहिबजादों के चरणों में नमन करते हुए उन्हें कृतज्ञ श्रद्धांजलि अर्पित करता हूं। इसे मैं अपनी सरकार का सौभाग्य मानता हूं कि उसे आज 26 दिसंबर के दिन को वीर बाल दिवस के तौर पर घोषित करने का मौका मिला। मैं पिता दशमेध गुरु गोविंद सिंह जी और सभी गुरुओं के चरणों में भी भक्ति भाव से प्रणाम करता हूं। मैं मातृशक्ति की प्रतीक माता गुजरी के चरणों में भी अपना शीश झुकाता हूं। साथियों, विश्व का हजारों वर्षों का इतिहास क्रूरता के एक से एक खौफनाक अध्यायों से भरा है। इतिहास से लेकर किंवदंतियों तक हर क्रूर चेहरे के सामने महानायकों और महानायिकाओं के भी एक से एक महान चरित्र रहे हैं। लेकिन ये भी सच है कि चमकौर और सरहिंद के युद्ध में जो कुछ हुआ वो भूतो न भविष्यति था। ये अतीत हजारों वर्ष पुराना नहीं है कि समय के पहियों ने उसकी रेखाओं को धुंधला कर दिया। ये सब कुछ इसी देश की मिट्टी पर केवल 3 सदी पहले हुआ। एक और धार्मिक कट्टरता और उस कट्टरता में अंधी इतनी बड़ी मुगल सल्तनत, दूसरी ओर ज्ञान और तपस्या में तपे हुए हमारे गुरु, भारत के प्राचीन मानवीय मूल्यों को जीने वाली परंपरा, एक और आतंक की पराकाष्ठा, तो दूसरी ओर अध्यात्म का शीर्ष, एक और मजहबी उन्माद, तो दूसरी ओर सब में ईश्वर देखने वाली उदारता। और इस सब के बीच एक और लाखों की फौज,
और दूसरी ओर अकेले होकर भी निडर खड़े गुरु के वीर साहबजादे। ये वीर साहबजादे किसी धमकी से डरे नहीं, किसी के सामने झुके नहीं। जोरावर सिंह साहब और फतेह सिंह साहब दोनों को दीवार में जिंदा चुनवा दिया गया। एक और नृशंसता ने अपनी सभी सीमाएं तोड़ दी, तो दूसरी ओर धैर्य, शौर्य, पराक्रम के भी सभी प्रतिमान टूट गए। साहिबजादा अजीत सिंह और साहिबजादा जुझार सिंह ने भी बहादुरी की वो मिसाल कायम की जो सदियों को प्रेरणा दे रही है। भाइयों और बहनों, जिस देश की विरासत ऐसी हो, जिसका इतिहास ऐसा हो, उसमें स्वाभाविक रूप से स्वाभिमान और आत्मविश्वास कूट कूट कर भरा होना चाहिए। लेकिन दुर्भाग्य से हमें इतिहास के नाम पर वो गढ़े हुए नैरेटिव बताए और पढ़ाए जाते रहे, जिनसे हमारे भीतर हीन भावना पैदा हो। बावजूद इसके हमारे समाज ने, हमारी परंपराओं ने इन गौरव गाथाओं को जीवंत रखा। ਜਿੱਥੇ ਇੱਕ ਪਾਸੇ ਸਾਡੇ ਦੇਸ਼ ਦੇ ਲੋਕ 25 ਦਸੰਬਰ ਨੂੰ ਕ੍ਰਿਸਮਸ ਡੇ ਮਨਾਉਂਦੇ ਹਨ ਤੇ ਇਹਨਾਂ ਦਿਨਾਂ ਦੇ ਵਿੱਚ 4 ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ, ਜਿਸ ਦੇ ਚੱਲਦੇ ਅੱਜ ਇਸ ਸ਼ਹੀਦੀ ਦਿਵਸ ਮੌਕੇ ਇੱਕ ਵਿਸ਼ਾਲ ਮਾਰਚ, ਜਿਸ ਦਾ ਨਾਮ ਲਸਾਨੀ ਸ਼ਹੀਦੀ ਮਾਰਚ, ਜੋ ਕਿ ਅੰਮ੍ਰਿਤਸਰ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੇ ਅਲੱਗ-ਅਲੱਗ ਥਾਵਾਂ ਤੋਂ ਹੁੰਦਾ ਹੋਇਆ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਵਿੱਚ ਆ ਕੇ ਸਮਾਪਤ ਹੋਵੇਗਾ। ਉੱਥੇ ਇਸ ਮਾਰਚ ਵਿੱਚ ਸ਼ਿਰਕਤ ਕਰਨ ਪਹੁੰਚੇ ਨਵਤੇਜ ਸਿੰਘ ਕਲਕੱਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਰਚ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਪਤਿਤ ਪੁਣੇ ਤੋਂ ਦੂਰ ਹੋਣਾ ਦੱਸਿਆ ਅਤੇ ਉਹਨਾਂ ਨੇ ਕਿਹਾ ਹੈ ਕਿ ਇਹ ਮਾਰਚ ਅੰਮ੍ਰਿਤਸਰ ਦੇ ਅਲੱਗ-ਅਲੱਗ ਥਾਵਾਂ ਤੋਂ ਹੁੰਦਾ ਹੋਇਆ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਗੁਜਰੀ ਜੀ ਦੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਮਾਰਚ ਜਿਹੜਾ ਸੰਗਤਾਂ ਵੱਲੋਂ ਜਿਹੜਾ ਕੱਢਿਆ ਜਾਂਦਾ ਵਾ, ਬੜਾ ਵਧੀਆ ਇਹਨਾਂ ਦਾ ਉਪਰਾਲਾ ਵਾ ਤੇ ਸਾਰੀ ਸੰਗਤ ਨੂੰ, ਬੱਚਿਆਂ ਨੂੰ ਇਹਨਾਂ ਤੋਂ ਜਿਹੜਾ ਸੇਧ ਲੈਣੀ ਚਾਹੀਦੀ ਹੈ, ਬੱਚਿਆਂ ਦੀ ਸ਼ਹੀਦੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਸ਼ਹੀਦੀ ਮਾਰਚ ਹੈ, ਜਿਹੜਾ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਤੋਂ ਸ਼ੁਰੂ ਹੋ ਕੇ ਸੁਲਤਾਨਵਿੰਡ ਗੇਟ ਤੋਂ ਹੁੰਦਾ ਹੋਇਆ ਫਿਰ ਵਾਪਸ ਜਿਹੜੀ ਇਹਦੀ ਸਮਾਪਤੀ ਜਿਹੜੀ ਹੈ ਉਹ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਹੋਵੇਗੀ। ਇਹ ਸੀ ਅੱਜ ਦਾ ਵਿਸ਼ੇਸ਼ ਬੁਲੇਟਿਨ। ਕੱਲ੍ਹ ਨੂੰ ਫਿਰ ਤੋਂ ਹਾਜ਼ਰ ਹੋਵਾਂਗੇ ਕੱਲ੍ਹ ਦੀਆਂ ਤਾਜ਼ਾ ਖਬਰਾਂ ਦੇ ਨਾਲ, ਤੇ ਹੁਣ ਲਈ ਦੋ ਸਾਨੂੰ ਇਜਾਜ਼ਤ, ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।